ਰਾਮ ਸਿੰਘ ਬੋਲਿਓ ਕਰ ਜੋਰ, ਰਾਜ ਫਤਿਹ ਸਿੰਘ ਕੋ ਦੇ ਮੋਰ। ਮੈਂ ਚਲਹੂੰ ਰਾਵਰ ਕੇ ਸਾਥ, ਜਿਤ ਗਮਨੋ ਗਮਨੈਂਗੇ ਨਾਥ। ਚੌਪਈ ਰਾਮ ਸਿੰਘ ਬੋਲਿਓ ਕਰ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬਹੁਤ ਮਹਾਨ ਕਿਰਪਾ ਰਹਿਮਤ ਹੋ ਰਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਨਗਰ ਤਲਣ ਵਿਖੇ ਗੁਰੂ ਕੀ ਹਾਜ਼ਰ ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਹਾਜ਼ਰੀਆਂ ਭਰਨ ਦਾ ਮੌਕਾ ਮਿਲ ਰਿਹਾ ਹੈ। ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ, ਗੁਰਬਾਣੀ ਦੇ ਪਾਠ ਸਰਵਣ ਕਰਕੇ ਆਨੰਦ ਮਾਣਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਉੱਤੇ ਜੋ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ, ਅੰਮ੍ਰਿਤ ਕੇ ਦਾਤੇ, ਨੀਲੇ ਦੇ ਸ਼ਾਹ ਸਵਾਰ, ਅਨੰਦਪੁਰ ਦੇ ਵਾਸੀ, ਸਰਬੰਸਦਾਨੀ ਸਾਹਿਬੇ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਉੱਤੇ ਵਿਚਰ ਕੇ ਅਨੇਕਾਂ ਬਖਸ਼ਿਸ਼ਾਂ ਕਰ ਰਹੇ ਹਨ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੀਆਂ ਔਰ ਸਤਿਗੁਰੂ ਜੀ ਨੇ ਕਾਫੀ ਲੰਮਾ ਸਮਾਂ ਇਸ ਜਗ੍ਹਾ 'ਤੇ ਰਹਿਣ ਤੋਂ ਉਪਰੰਤ ਦੱਖਣ ਦਿਸ਼ਾ ਵੱਲ ਜਾਣ ਦਾ ਮਨ ਬਣਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਇਲਾਕੇ ਦੀਆਂ ਸੰਗਤਾਂ, ਮੁਖੀ ਸਿੱਖ ਭਾਈ ਡੱਲਾ ਸਿੰਘ ਬਰਾੜ, ਭਾਈ ਰਾਮ ਸਿੰਘ, ਇਸੇ ਤਰ੍ਹਾਂ ਹੋਰ ਜਿੰਨੀਆਂ ਵੀ ਪ੍ਰਮੁੱਖ ਹਸਤੀਆਂ ਗੁਰੂ ਚਰਨਾਂ ਦੇ ਵਿੱਚ ਵੱਧ ਚੜ੍ਹ ਕੇ ਸੇਵਾ ਨਿਭਾਉਂਦੀਆਂ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੱਖਣ ਵੱਲ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਇਹਨਾਂ ਬਰਾੜਾਂ ਨੂੰ, ਭਾਈ ਡੱਲੇ ਵਰਗਿਆਂ ਨੂੰ, ਕਿ ਸਾਡਾ ਦੱਖਣ ਵੱਲ ਜਾਣ ਦਾ ਮਨ ਹੈ। ਉੱਥੇ ਜਾ ਕੇ ਅਸੀਂ ਕਈ ਕਾਰਜ ਸਵਾਰਨੇ ਹਨ, ਕਈ ਸੰਗਤਾਂ ਨੂੰ ਮਿਲਣਾ ਹੈ, ਤੁਸੀਂ ਸਾਰੇ ਸਾਡੇ ਨਾਲ ਚੱਲੋ। ਨਾਲ ਹੀ ਸਤਿਗੁਰੂ ਨੇ ਬਚਨ ਕੀਤੇ, ਭਾਈ ਡੱਲੇ, ਅਸੀਂ ਤੈਨੂੰ ਦਿੱਲੀ ਦੇ ਤਖਤ ਦਾ ਬਾਦਸ਼ਾਹ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਤੁਰਕਾਂ ਦੀ ਹਕੂਮਤ ਥੋੜ੍ਹੇ ਦਿਨ ਦੀ ਰਹਿ ਗਈ ਹੈ। ਔਰੰਗਜ਼ੇਬ ਉਹ ਮਰ ਜਾਣਾ ਹੈ, ਬਾਅਦ ਵਿੱਚ ਰਾਮ ਰੌਲਾ ਪੈ ਜਾਣਾ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਸਿੰਘਾਂ ਨੂੰ ਦਿੱਲੀ ਤਖਤ ਦੇ ਪਾਤਸ਼ਾਹ ਬਣਾ ਜਾਈਏ। ਪੂਰੇ ਦੇਸ਼ ਭਰ ਦੇ ਵਿੱਚ ਤੇਰਾ ਹੀ ਰਾਜ ਹੋਵੇਗਾ, ਸਾਡੇ ਨਾਲ ਚੱਲਣ ਦੀ ਤਿਆਰੀ ਕਰ ਲਓ ਸਾਰੇ ਸਿੰਘ। ਜਦੋਂ ਗੁਰੂ ਮਹਾਰਾਜ ਦੇ ਆ ਬਚਨ ਸੁਣੇ ਤਾਂ ਖਾਲਸਾ ਜੀ ਇਹਨਾਂ ਨੇ ਆਪਣੀ ਮੱਤ ਦੇ ਮੁਤਾਬਕ ਸੋਚਿਆ ਵੀ ਦੱਖਣ ਦੇਸ਼ ਬਹੁਤ ਦੂਰ ਹੈ, ਆਪਣੇ ਘਰਾਂ ਤੋਂ, ਪਰਿਵਾਰਾਂ ਤੋਂ ਦੂਰ ਜਾਣਾ ਪਵੇਗਾ। ਬਾਕੀ ਰਸਤੇ ਦੀਆਂ ਮੁਸ਼ਕਿਲਾਂ ਦਾ ਪਤਾ ਨਹੀਂ ਕਿੰਨੀਆਂ ਕੁ ਆਉਣ,
ਕਿਉਂਕਿ ਉਦੋਂ ਅੱਜ ਵਰਗੇ ਸਾਧਨ ਨਹੀਂ ਸਨਗੇ ਹੁੰਦੇ। ਅੱਜ ਤਾਂ ਅਨੇਕਾਂ ਸਾਧਨ ਹੈ, ਪਰ ਫਿਰ ਵੀ ਛੇਤੀ ਕੀਤੇ ਸਾਡਾ ਮਨ ਨਹੀਂ ਮੰਨਦਾ, ਅਸੀਂ ਘਰ ਤੋਂ ਨਿਕਲ ਕੇ ਕਿਤੇ ਦੂਰ ਜਾਈਏ। ਇਹਨਾਂ ਸਾਰਿਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨਾ ਨੁੱਕਰ ਕਰ ਦਿੱਤੀ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਜਾਣਾ, ਬਹੁਤ ਕਾਰਜ ਅਟ ਕੇ ਪਏ ਹੈ। ਇਹਨਾਂ ਨੇ ਸੋਚਿਆ ਵੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੋੜ ਕੇ ਜਵਾਬ ਦਿੰਦੇ ਆ ਤਾਂ ਕਿਤੇ ਨਾਰਾਜ਼ ਨਾ ਹੋ ਜਾਣ, ਕੋਈ ਵਚਨ ਨਾ ਐਸਾ ਕਰ ਦੇਣ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਆ ਬਹਾਨੇ ਲਾ ਲਾ ਕੇ, ਕਹਿੰਦੇ ਜੀ ਦੱਖਣ ਦੇਸ਼ ਤਾਂ ਬਹੁਤ ਦੂਰ ਹੈ, ਬਾਕੀ ਰਸਤੇ ਦੇ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ। ਆਮ ਹੀ ਕਹਾਵਤ ਹੈ ਕਿ ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਭੁੱਖ। ਮੁਸਾਫਰੀ ਸਫ਼ਰ ਦੇ ਵਿੱਚ ਜਾਣਾ ਹੋਵੇ ਤਾਂ ਇਹ ਸਮਝ ਲਓ ਵੀ ਬੰਦਾ ਅੱਧੀ ਮੌਤ ਸਹੇੜ ਰਿਹਾ, ਪਤਾ ਨਹੀਂ ਰਸਤੇ ਵਿੱਚ ਕਦੋਂ ਕਿੱਥੇ ਕੀ ਹੋ ਜਾਣਾ। ਸੋ ਗੁਰੂ ਮਹਾਰਾਜ ਜੀ ਨੂੰ ਬੜੀਆਂ ਦਲੀਲਾਂ ਦੇ ਦੇ ਕੇ ਸਮਝਾਉਂਦੇ ਆ। ਮਹਾਰਾਜ ਉਹ ਔਰੰਗਜ਼ੇਬ ਬੜਾ ਹਠੀ, ਬੜਾ ਜਿੱਦੀ ਬਾਦਸ਼ਾਹ ਹੈ। ਉਹਨੇ ਤਾਂ ਆਪਣੇ ਪਿਤਾ ਸ਼ਾਹਜਹਾਨ ਨੂੰ ਨਹੀਂ ਬਖਸ਼ਿਆ, ਉਹਨੂੰ ਮਾਰ ਦਿੱਤਾ। ਆਪਣੇ ਭਰਾ ਮੁਰਾਦ ਬਖਸ਼ ਨੂੰ ਉਹਨੇ ਫਾਂਸੀ 'ਤੇ ਲਾ ਦਿੱਤਾ, ਫਾਹੇ ਚੜ੍ਹਾ ਦਿੱਤਾ, ਮਾਰ ਦਿੱਤਾ। ਉਹ ਕਿਸੇ ਸਾਧੂ ਸੰਤ ਦਾ ਵੀ ਕੋਈ ਲਿਹਾਜ਼ ਨਹੀਂ ਕਰਦਾ। ਬੇਨਵਾ ਵਰਗੇ ਫਕੀਰ ਉਹਨੇ ਮਰਵਾ ਦਿੱਤੇ, ਕਿਸੇ ਦਾ ਅਦਬ ਨਹੀਂ ਕਰਦਾ। ਨਿਰਦੋਸ਼ਿਆਂ ਨੂੰ ਜਦੋਂ ਉਹ ਮਾਰ ਸਕਦਾ, ਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਉਹਦਾ ਨੁਕਸਾਨ ਹੀ ਬਹੁਤ ਕੀਤਾ ਹੈ। ਉਹਨੇ ਲੱਖਾਂ ਰੁਪਈਆ, ਕਰੋੜਾਂ ਰੁਪਈਆ ਖਰਚ ਕੇ ਤੁਹਾਡੇ 'ਤੇ ਫੌਜਾਂ ਚੜ੍ਹਾਈਆਂ, ਤੁਸੀਂ ਉਹਦੀ ਕਿੰਨੀ ਫੌਜ ਖਤਮ ਕਰ ਦਿੱਤੀ ਹੈ। ਇਸ ਕਰਕੇ ਮਨ ਦੇ ਵਿੱਚ ਉਹ ਤਾਂ 9ਵੇਂ ਪਾਤਸ਼ਾਹ ਵੇਲੇ ਤੋਂ ਵੈਰ ਰੱਖਦਾ ਹੈ, ਔਰ ਤੁਹਾਨੂੰ ਗ੍ਰਿਫਤਾਰ ਕਰਨ ਦੀਆਂ ਹਰ ਵੇਲੇ ਉਹ ਮਨ ਦੇ ਵਿੱਚ ਸੋਚਦਾ ਰਹਿੰਦਾ ਵੀ ਕਿਵੇਂ ਗ੍ਰਿਫਤਾਰ ਕੀਤਾ ਜਾਵੇ। ਸੋ ਮਹਾਰਾਜ ਆਪ ਜੀ ਦਾ ਜਾਣਾ ਨਹੀਂ ਬਣਦਾ। ਸੋ ਇਹ ਬਹਾਨੇ ਲਾਉਂਦੇ ਆ ਵੀ ਸਾਨੂੰ ਕਿਤੇ ਨਾਲ ਜਾਣਾ ਨਾ ਪੈ ਜਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਨਾਲ ਚੱਲੋਗੇ ਤਾਂ ਤੁਹਾਡਾ ਭਲਾ ਹੈ, ਰਾਜ ਭਾਗ ਤੁਹਾਡਾ ਕਾਇਮ ਕਰ ਦਿਆਂਗੇ। ਬਾਕੀ ਜੇ ਬਾਅਦ ਵਿੱਚ ਤੁਸੀਂ ਆਉਣਾ ਵੀ ਹੋਇਆ ਤਾਂ ਵਾਪਸ ਆ ਸਕਦੇ ਹੋ, ਇਸ ਇਲਾਕੇ ਵਿੱਚ ਆ ਜਾਓ, ਦਿੱਲੀ ਦਾ ਤਖਤ ਬਖਸ਼ਣਾ। ਕਹਿੰਦਾ ਮਹਾਰਾਜ ਆ ਜਿਹੜਾ ਤੁਹਾਡਾ ਦਮਦਮਾ ਸਾਹਿਬ ਅਸਥਾਨ ਆ ਨਾ, ਮੇਰੇ ਵਾਸਤੇ ਤਾਂ ਇਹੀ ਦਿੱਲੀ ਦਾ ਤਖਤ ਹੈ, ਔਰ ਜਿੰਨਾ ਕੁ ਮੇਰਾ ਇੱਥੇ ਰਾਜ ਭਾਗ ਹੈ ਇਹਦੇ ਨਾਲ ਹੀ ਮੈਨੂੰ ਤਸੱਲੀ ਹੈ, ਮੈਨੂੰ ਹੋਰ ਬਹੁਤਾ ਰਾਜ ਨਹੀਂ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਸਮਝਾਉਂਦੇ ਹੈ ਭਾਈ ਡੱਲੇ, ਗੁਰੂ ਕਾ ਬਚਨ ਮੰਨਣ ਦੇ ਵਿੱਚ ਭਲਾ ਹੁੰਦਾ। ਬਚਨ ਮੰਨੋਗੇ ਤਾਂ ਨਫੇ ਵਿੱਚ ਰਹੋਗੇ, ਜੇ ਹੁਕਮ ਅਦੂਲੀ ਕਰੋਗੇ ਤਾਂ ਘਾਟਾ ਹੀ ਘਾਟਾ ਹੈ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਇਹਨਾਂ ਦੇ ਨਾਲ ਬਚਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਨਾਲ ਉੱਪਰੋਂ ਇਹ ਸਹਿਮਤ ਹੈ, ਪਰ ਅੰਦਰੋਂ ਅੰਦਰੀ ਕਪਟ ਰੱਖਦੇ ਹੈ ਵੀ ਸਾਨੂੰ ਜਾਣਾ ਨਾ ਪਵੇ ਘਰ ਬਾਰੋਂ ਨੂੰ ਛੱਡ ਕੇ। ਮਹਾਰਾਜ ਨੂੰ ਵੀ ਨਹੀਂ ਛੱਡਣਾ ਚਾਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ ਤੁਸੀਂ ਵੀ ਇੱਥੇ ਰਹੋ, ਜਾਓ ਨਾ ਤੁਸੀਂ। ਇੱਥੇ ਇੰਨੀ ਸੰਗਤ ਆਉਂਦੀ ਹੈ, ਕਿਸੇ ਚੀਜ਼ ਦਾ ਘਾਟਾ ਨਹੀਂ। ਤੁਹਾਨੂੰ ਸੋਹਣੇ ਸੁੰਦਰ ਵਸਤਰ ਸ਼ਸਤਰ ਘੋੜੇ ਸੰਗਤਾਂ ਭੇਟਾ ਕਰਦੀਆਂ। ਜੋ ਮਨ ਇੱਛਤ ਵਸਤੂ ਚਾਹੀਦੀ ਹੈ ਉਹੀ ਹਾਜ਼ਰ ਹੋ ਜਾਂਦੀ ਹੈ ਤੁਹਾਡੇ ਚਰਨਾਂ ਵਿੱਚ ਸੰਗਤ ਲੈ ਕੇ। ਤੇ ਆਪ ਜੀ ਕਿਰਪਾ ਕਰਕੇ ਇੱਥੇ ਹੀ ਟਿਕੇ ਰਹੋ, ਸਾਨੂੰ ਵੀ ਸੇਵਾ ਦਾ ਮੌਕਾ ਬਖਸ਼ੀ ਰੱਖੋ। ਅਸੀਂ ਘਰਾਂ ਪਰਿਵਾਰਾਂ ਤੋਂ ਦੂਰ ਨਹੀਂ ਜਾ ਸਕਦੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਡੱਲੇ ਦੇ ਵੀ ਬਚਨ ਬਿਲਾਸ ਹੁੰਦੇ ਹੈ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਭਾਈ ਰਾਮ ਸਿੰਘ ਭਾਈ ਕੇ ਚੱਕ ਵਾਲੇ ਨੂੰ, ਭਾਈ ਰਾਮ ਸਿੰਘ ਭਾਈ ਫਤਿਹ ਸਿੰਘ ਦੋਵੇਂ ਭਰਾ, ਉਹਨਾਂ ਦੇ ਨਾਲ ਬਚਨ ਕਰਦੇ ਆ। ਜਿਵੇਂ ਕਥਾ ਆ ਰਹੀ ਹੈ ਬੜੇ ਪਿਆਰ ਨਾਲ ਸੁਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਰਾਮ ਸਿੰਘ ਬੋਲਿਓ ਕਰ ਜੋਰ। ਜਦੋਂ ਗੁਰੂ ਮਹਾਰਾਜ ਨੇ ਭਾਈ ਡੱਲੇ ਤੋਂ ਗੱਲਬਾਤ ਤੋਂ ਵਿਹਲੇ ਹੋ ਕੇ ਭਾਈ ਰਾਮ ਸਿੰਘ ਨੂੰ ਆਖਿਆ ਵੀ ਭਾਈ ਰਾਮ ਸਿੰਘ ਤੁਸੀਂ ਵੀ ਤਿਆਰੀ ਕਰ ਲਓ, ਭਾਈ ਫਤਿਹ ਸਿੰਘ ਤੁਸੀਂ ਵੀ ਤਿਆਰੀ ਕਰ ਲਓ, ਨਾਲ ਜਾਣਾ ਦੱਖਣ ਵੱਲ। ਤਾਂ ਉਸ ਵੇਲੇ ਭਾਈ ਰਾਮ ਸਿੰਘ ਹੱਥ ਜੋੜ ਕੇ ਬੋਲਿਆ, ਫਤਿਹ ਸਿੰਘ ਕੋ ਦੇ ਮੋਰ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ
ਸਾਡੇ ਚੋਂ ਇੱਕ ਜਾਊਗਾ। ਮੈਂ ਆਪ ਜੀ ਦੇ ਨਾਲ ਚੱਲਣ ਨੂੰ ਤਿਆਰ ਹਾਂ ਤੇ ਆਪ ਜੀ ਮੇਰੇ ਭਰਾ ਫਤਿਹ ਸਿੰਘ ਨੂੰ ਵਾਪਸ ਘਰ ਮੋੜ ਦੇਵੋ। मैं चलूं रावर के साथ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਨਾਲ ਚੱਲਾਂਗਾ। जित गमनो गमनेंगे नाथ। ਮਹਾਰਾਜ ਸੱਚੇ ਪਾਤਸ਼ਾਹ ਜਿੱਧਰ ਜਾਓਗੇ, ਜਿਹੜੇ ਪਾਸੇ ਆਪ ਜੀ ਜਾਣਾ ਚਾਹੁੰਦੇ ਹੋ, ਤੁਹਾਡੇ ਨਾਲ ਹੀ ਚੱਲਾਂਗਾ। ते मेरी गल सुन करे उचारी। ਇਸੇ ਤਰ੍ਹਾਂ ਭਾਈ ਡੱਲਾ ਸਿੰਘ ਉਹਨੇ ਵੀ ਬੇਨਤੀ ਕਰ ਦਿੱਤੀ, ਵਿਚਾਰਿਆ। गुर ते गल कर बन अनुसारी। ਗੁਰੂ ਸਾਹਿਬ ਜੀ ਤੋਂ ਮਨ ਵਿੱਚ ਭੈ ਧਾਰ ਕੇ ਉਹਨਾਂ ਦਾ ਅਨੁਸਾਰੀ ਆਗਿਆਕਾਰੀ ਬਣ ਗਿਆ। बाप न मोरे जाए गुसाई। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਚਨ ਕਰ ਦਿੱਤਾ, ਤੁਹਾਡਾ ਬਚਨ ਅਸੀਂ ਮੋੜ ਨਹੀਂ ਸਕਦੇ। गमन कसो के मन ने पाई। ਪਰ ਮਹਾਰਾਜ ਸੱਚੀ ਗੱਲ ਤਾਂ ਇਹ ਹੈ ਵੀ ਆ ਆਪਣੇ ਘਰ-ਬਾਰ ਛੱਡ ਕੇ ਉਹ ਦੂਰ ਦੱਖਣ ਦੇਸ਼ ਵੱਲ ਜਾਣਾ ਕਿਸੇ ਦੇ ਮਨ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। गिनती गिने अनेक प्रकारी। ਸੋ ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਗਿਣਦੇ ਆ, ਮਨ ਵਿੱਚ ਸਕੀਮਾਂ ਲਾਉਂਦੇ ਹਨ गुरु संग ते हट को पारी। ਕਿ ਗੁਰੂ ਸਾਹਿਬ ਜੀ ਤੋਂ ਉਹਨਾਂ ਦਾ ਸੰਗ ਛੱਡਣਾ, ਪਿੱਛੇ ਹਟਣਾ, ਇਹ ਵੀ ਭਾਰੀ, ਇਹ ਵੀ ਕਠਿਨ ਔਖਾ ਕੰਮ ਹੈ। तथा कुटुंब ते गिरे दुहेला। ਤੇ ਦੂਜੇ ਪਾਸੇ ਆਪਣੇ ਕੁਟੁੰਬ ਨੂੰ, ਪਰਿਵਾਰ ਨੂੰ ਛੱਡਣਾ, ਉਹਨਾਂ ਦੇ ਨਾਲ ਵਿਛੋੜਾ, ਉਹ ਵੀ ਦੁਹੇਲਾ, ਉਹ ਵੀ ਔਖਾ ਕੰਮ ਹੈ। ऐसो परिवान कर खेला। ਇਹੋ ਜਿਹਾ ਖੇਲ ਬਣ ਗਿਆ, ਇਹੋ ਜਿਹਾ ਸਮਾਂ ਆ ਗਿਆ। बेगमा नौरंग की मर गई। ਸੋ ਖਾਲਸਾ ਜੀ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਛਲੀ ਗੱਲ ਦੱਸਦੇ ਆ, ਚੇਤੇ ਕਰਾਉਂਦੇ ਆ ਕਿ ਔਰੰਗਜ਼ੇਬ ਦੀ ਇੱਕ ਬੇਗਮ ਸੀ, ਉਹਦੀ ਰਾਣੀ ਸੀ, ਉਹ ਚੜ੍ਹਾਈ ਕਰ ਗਈ। ਤ੍ਰਿਪ ਸੰਧਿਆਰ ਸੁਧਤਾ ਪਈ। ਉਹ ਮਰ ਕੇ ਸਰੀਰ ਛੱਡ ਕੇ ਉਸ ਤੋਂ ਬਾਅਦ ਚੰਬਿਆਲ, ਜਿਹੜਾ ਚੰਬੇ ਦਾ ਰਾਜਾ, ਚੰਬੇ ਵਾਲੇ ਰਾਜੇ ਦੀ ਦੋਹਤਾ ਉਹਦੀ ਪੁੱਤਰੀ ਬਣ ਕੇ ਉਹਦੇ ਘਰ ਜਨਮੀ ਸੀ। ਗੇਰਵਾਲ ਸਰਗੁਰ ਜਿਸ ਕਲਾ। ਜਿਸ ਵੇਲੇ ਸਤਿਗੁਰੂ ਸਾਹਿਬ ਜੀ ਜਵਾਨੀ ਦੀ ਅਵਸਥਾ, ਸਤਿਗੁਰੂ ਜੀ ਦੀ ਸ਼ੁਰੂਆਤ ਹੋਈ ਹੈ, ਥੋੜੀ ਥੋੜੀ ਲੋਈ ਫੁੱਟਦੀ ਹੈ ਚਿਹਰੇ ਦੇ ਉੱਤੇ, ਦਾੜਾ ਹਲੇ ਪੂਰਾ ਨਹੀਂ ਆਇਆ ਹੋਇਆ, ਤਾਂ ਸਤਿਗੁਰੂ ਸਾਹਿਬ ਜੀ ਉਸ ਵੇਲੇ ਰਵਾਲਸਰ ਸਾਹਿਬ ਗਏ ਸੀ। ਰਵਾਲਸਰ ਜਿੱਥੇ ਗੁਰੂ ਮਹਾਰਾਜ ਨੇ ਪੱਥਰ ਤਾਰੇ ਆ ਪਹਾੜਾਂ ਦੇ ਵਿੱਚ। ਸੋ ਰਵਾਲਸਰ ਜਿਸ ਸਮੇਂ ਸਤਿਗੁਰੂ ਜੀ ਪਹੁੰਚੇ ਸਨ, ਮਿਲੀ ਆਨ ਕਰ ਬੁਰਦ ਦਸਾਲਾ। ਉਸ ਵੇਲੇ ਜਿਹੜੀ ਇਹ ਔਰੰਗਜ਼ੇਬ ਦੀ ਬੇਗਮ ਮਰ ਕੇ ਚੰਬੇ ਵਾਲੇ ਰਾਜੇ ਦੇ ਘਰ ਜਨਮੀ ਸੀ, ਉਹਦੀ ਪੁੱਤਰੀ ਬਣ ਕੇ, ਤੇ ਬੜੀ ਸਿਆਣੀ, ਬੜੀ ਸੂਝ ਵਾਲੀ, ਬੜੀ ਪੜ੍ਹੀ ਲਿਖੀ ਇਹ ਪੁੱਤਰੀ ਇਹਦੇ ਘਰ ਪੈਦਾ ਹੋਈ, ਬੜੀ ਸਿਆਣੀ ਨਿਕਲੀ। ਸੋ ਬੜੀ ਸੂਝ-ਬੂਝ ਵਾਲੀ ਇਹ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲੀ। ਤਬ ਪ੍ਰਭ ਪਰ ਦੀਨੋ ਐਸ ਭਾਂਤ। ਜਦੋਂ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ ਆਪਣੀਆਂ ਸਹੇਲੀਆਂ ਸਖੀਆਂ ਦੇ ਨਾਲ ਆ ਕੇ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੱਥ ਲਾ ਕੇ, ਹੱਥ ਨਹੀਂ ਇਹਦੇ ਸਿਰ ਦੇ ਉੱਤੇ ਰੱਖਿਆ, ਹੱਥ ਦੇ ਨਾਲ ਸਪਰਸ਼ ਕਰਕੇ ਆਸ਼ੀਰਵਾਦ ਨਹੀਂ ਦਿੱਤਾ, ਬਲਕਿ ਆਪਣੇ ਮੋਢੇ ਦੀ ਕਮਾਨ ਇਹਦੇ ਮੋਢਿਆਂ ਦੇ ਉੱਤੇ ਰੱਖ ਕੇ ਆਸ਼ੀਰਵਾਦ ਦਿੱਤਾ, ਤੇ ਆਸ਼ੀਰਵਾਦ ਦਿੰਦੇ ਹੋਏ ਬੋਲੇ ਸਨ, ਅਬਲੋ ਐ ਅਪਾਵਨ ਗਾਤ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਤੂੰ ਪਹਿਲਾਂ ਤੁਰਕਾਂ ਦੇ ਘਰ ਜਨਮੀ ਸੀ ਤੇ ਹੁਣ ਤੂੰ ਇਹ ਰਾਜੇ ਦੇ ਘਰ ਜਨਮੀ ਹੈ, ਪਰ ਹਾਲੇ ਤੱਕ ਵੀ ਤੇਰਾ ਸਰੀਰ ਜਿਹੜਾ ਉਹ ਪਵਿੱਤਰ ਨਹੀਂ ਹੈ। ਇਹ ਤਨ ਤਿਆਗ ਅਪਰ ਕੋ ਪਹਿ। ਸਤਿਗੁਰੂ ਜੀ ਕਹਿੰਦੇ, ਪੁੱਤਰੀ ਆ ਜਿਹੜਾ ਤੇਰਾ ਤਨ ਹੈ, ਤੇਰਾ ਸਰੀਰ ਹੈ, ਇਹ ਤੂੰ ਥੋੜੇ ਦਿਨਾਂ ਦੇ ਵਿੱਚ ਤਿਆਗ ਦੇਵੇਂਗੀ, ਛੱਡ ਦੇਵੇਂਗੀ। ਉਸ ਤੋਂ ਬਾਅਦ ਤੇਰਾ ਇੱਕ ਹੋਰ ਜਨਮ ਹੋਵੇਗਾ। ਸਤਿਗੁਰੂ ਜੀ ਚੰਬੇ ਵਾਲੇ ਰਾਜੇ, ਚੰਬਿਆਲ ਦੀ ਰਿਆਸਤ ਦੇ ਰਾਜੇ ਦੀ ਪੁੱਤਰੀ ਪਦਮਾ ਨੂੰ ਕਹਿ ਰਹੇ ਹਨ, ਸਿਖ ਡੱਲੇ ਕਰ ਜਾਏ ਬਸੈ ਹੈ। ਕਹਿੰਦੇ ਫਿਰ ਤੇਰਾ ਨਵਾਂ ਜਨਮ ਹੋਊ, ਤੂੰ ਜਵਾਨ ਹੋਏਗੀ। ਦਮਦਮਾ ਸਾਹਿਬ ਵਿਖੇ ਸਾਡਾ ਇੱਕ ਸਿੱਖ ਭਾਈ ਡੱਲਾ ਹੋਏਗਾ, ਉਹਦੇ ਘਰ ਦੇ ਵਿੱਚ ਵਿਆਹੀ ਜਾਵੇਗੀ। ਤੈ ਸਤ ਸੰਗਤ ਸੇਵਕ ਮੈਂ। ਕਹਿੰਦੇ ਉੱਥੇ ਤੂੰ ਫਿਰ ਸਤਸੰਗ ਦੀ ਸੇਵਾ ਕਮਾਵੇਂਗੀ, ਉੱਥੇ ਤੂੰ
ਆਪਣੇ ਤਨ ਦੀ ਪਵਿੱਤਰਤਾ, ਆਪਣੇ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਸੰਗਤ ਦੀ ਸੇਵਾ ਕਰੇਗੀ। ਆਛੇ ਤਬ ਪਾਵਨਤਾ ਪੈ। ਤੇ ਕਹਿੰਦੇ ਇਸ ਪ੍ਰਕਾਰ ਤੇਰਾ ਸਰੀਰ ਵੀ ਪਵਿੱਤਰ ਹੋ ਜਾਏਗਾ, ਮਨ ਵੀ ਪਵਿੱਤਰ ਹੋ ਜਾਵੇਗਾ ਔਰ ਤੇਰਾ ਮਨੁੱਖਾ ਜਨਮ ਸਫਲਾ ਹੋਵੇਗਾ। ਪੁਨ ਤੇਰੂ ਹਮ ਕਰੈ ਉਧਾਰ। ਫਿਰ ਅਸੀਂ ਉੱਥੇ ਆਵਾਂਗੇ, ਤੇਰਾ ਉਧਾਰ ਕਰਾਂਗੇ। ਪਹੁੰਚਾਂਗੇ ਤੇ ਸਦਨ ਬਾਜ਼ਾਰ। ਅਸੀਂ ਤੇਰੇ ਘਰ ਦੇ ਵਿੱਚ ਉੱਥੇ ਭਾਈ ਡੱਲੇ ਦੇ ਘਰ ਪਹੁੰਚਾਂਗੇ। ਸੋ ਤਬ ਕਰਤ ਰਹੀ ਬਹੁ ਸੇਵਾ। ਸੋ ਉਹ ਹੁਣ ਜਿਹੜੀ ਪਦਮਾ ਸੀ, ਸਰੀਰ ਛੱਡ ਕੇ ਮਾਲਵੇ ਦੀ ਧਰਤੀ ਕਿਸੇ ਸਰਦਾਰ ਦੇ ਘਰ ਜਨਮੀ, ਭਾਈ ਵੱਡੀ ਹੋਈ, ਭਾਈ ਡੱਲੇ ਦੇ ਨਾਲ ਵਿਆਹ ਹੋਇਆ, ਭਾਈ ਡੱਲੇ ਦੇ ਘਰ ਦੇ ਵਿੱਚ ਰਹਿੰਦੀ ਹੋਈ ਇਹ ਬਹੁਤ ਸੇਵਾ ਕਰ ਰਹੀ ਹੈ। ਸੀਤ ਪ੍ਰਸਾਦ ਸ਼ਗਤ ਗੁਰਦੇਵਾ। ਨਿੱਤਾ ਪ੍ਰਤੀ ਸਤਿਗੁਰੂ ਸਾਹਿਬ ਜੀ ਦਾ ਸ਼ੀਤ ਪ੍ਰਸ਼ਾਦ ਵੀ ਛਕਦੀ ਹੈ। ਨਿਰਮਲ ਹਿਰਦਾ ਹੋਏ ਤਬ ਆਵਾਈ। ਜਦੋਂ ਸੰਗਤ ਦੀ ਸੇਵਾ ਕਰਦਿਆਂ ਕਰਦਿਆਂ ਰੱਬ ਦਾ ਨਾਮ ਜਪਦਿਆਂ ਜਪਦਿਆਂ ਇਹਦਾ ਹਿਰਦਾ ਜਿਹੜਾ ਨਿਰਮਲ ਹੋ ਗਿਆ, ਸ਼ੁੱਧ ਹੋ ਗਿਆ। ਮਿਲ ਗੁਰ ਪਗ ਪਰ ਸੀਸ ਨਿਵ ਝੁਕਾਵਾ। ਸਤਿਗੁਰੂ ਸਾਹਿਬ ਜੀ ਨੂੰ ਦੱਖਣ ਵੱਲ ਜਾਣ ਦੀ ਤਿਆਰੀ ਕੀਤਿਆਂ ਜਦੋਂ ਇਹਨੇ ਸੁਣਿਆ ਤਾਂ ਇਹ ਵੀ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਗਈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਪੂਰਬ ਜਨਮ ਹੋਏ ਸੁਧਿਆਈ। ਜਦ ਜਿਉਂ ਇਹਨੇ ਮੱਥਾ ਟੇਕਿਆ ਨਾਲ ਦੀ ਨਾਲ ਗੁਰੂ ਦੀ ਕਿਰਪਾ ਹੋ ਗਈ, ਇਹਨੂੰ ਪਿਛਲੇ ਜਨਮਾਂ ਦੀ ਸੋਝੀ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਦੀ ਹੈ, ਮਹਾਰਾਜ ਮੈਨੂੰ ਪਿਛਲੇ ਜਨਮਾਂ ਦਾ ਪਤਾ ਲੱਗ ਗਿਆ, ਮੇਰਾ ਜਨਮ ਕਿੱਥੇ ਕਿੱਥੇ ਹੋਇਆ ਸੀ, ਸਾਰੀ ਸੁੱਧ ਸਾਰੀ ਖਬਰਸਾਰ ਮਿਲ ਗਈ। ਆਪ ਸਤ ਸੰਗਤ ਸੇਵ ਕਮਾਈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੇ ਮੁਤਾਬਕ ਮੈਂ ਹੁਣ ਸਤ ਸੰਗਤ ਦੀ ਸੇਵਾ ਕੀਤੀ ਹੈ। ਨਹਿ ਮੈਂ ਜਨਮ ਰਹਾ ਪੁਨ ਔਰ। ਮਹਾਰਾਜ ਕਿਰਪਾ ਕਰੋ, ਮੈਂ ਹੁਣ ਕੋਈ ਹੋਰ ਜਨਮ ਨਾ ਲਵਾਂ, ਮੇਰਾ ਹੁਣ ਛੁਟਕਾਰਾ ਕਰਾ ਦਿਓ ਜਨਮ ਮਰਨ ਤੋਂ। ਕਰੋ ਬਾਗ ਸ੍ਰੀ ਪ੍ਰਭ ਜਗ ਮੋਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੇਰਾ ਉਧਾਰ ਕਰ ਦਿਓ, ਮੇਰਾ ਹੋਰ ਜਨਮ ਨਾ ਹੋਵੇ। ਆਪ ਜੀ ਐਸੇ ਬਚਨ ਕਰੋ ਕਿ ਮੈਨੂੰ ਮੁੜ ਕੇ ਜੰਮਣਾ ਮਰਨਾ ਨਾ ਪਵੇ। ਸ੍ਰੀ ਗੁਰ ਕਹਿਓ ਅਲਪ ਬਹਿ ਹੋਈ। ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ, ਪੁੱਤਰੀ ਹੁਣ ਵੀ ਤੇਰੀ ਆਜੂ ਥੋੜੇ ਸਮੇਂ ਦੀ ਰਹਿ ਗਈ ਹੈ। ਏ ਤਕ ਰਹੀ ਭੋਗਣੀ ਸੋਈ। ਥੋੜੀ ਜਿਹੀ ਉਮਰ ਤੇਰੀ ਰਹਿ ਗਈ ਹੈ, ਛੋਟੀ ਉਮਰ ਲੈ ਕੇ ਪੈਦਾ ਹੋਈ ਹੈ, ਜਿੰਨੀ ਕੁ ਉਮਰ ਰਹਿ ਗਈ ਹੈ ਉਹ ਭੋਗ ਕੇ। ਡਲ ਸਿੰਘ ਸੰਗ ਲਹੈ ਗਤ ਆਛੀ। ਜਿਵੇਂ ਤੇਰੇ ਪਤੀ ਭਾਈ ਡਲ ਸਿੰਘ ਨੂੰ ਚੰਗੀ ਗਤੀ ਪ੍ਰਾਪਤ ਹੋਵੇਗੀ ਨਾ, ਮੁਕਤੀ ਮਿਲੇਗੀ, ਉਹਦੇ ਸਾਥ ਤੈਨੂੰ ਵੀ ਮੁਕਤੀ ਮਿਲ ਜਾਵੇਗੀ। ਪ੍ਰਾਪਤ ਹੋਏ ਤੋਏ ਚਿਤ ਬਾਛੀ। ਜਿਸ ਤਰ੍ਹਾਂ ਦੀ ਤੇਰੇ ਮਨ ਦੀ ਚਾਹਨਾ ਉਸੇ ਪ੍ਰਕਾਰ ਤੈਨੂੰ ਇਹ ਗਤੀ ਪ੍ਰਾਪਤ ਹੋਵੇਗੀ। ਸੁਨ ਕੈ ਚਰਨ ਸਰੋਜ ਸਨੇਹੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਪ੍ਰੇਮ ਨਾਲ। ਹਿਰਦੇ ਬਸਾਰ ਪਾਏ ਅਸ਼ੇਹੂ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਮਨ ਦੇ ਵਿੱਚ ਧਾਰਨ ਕੀਤਾ। ਹੱਥ ਜੋੜ ਕਰ ਬੰਧਨ ਪੀਨੀ। ਹੱਥ ਜੋੜ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਮਨੋ ਕਾਮਨਾ ਪ੍ਰਾਪਤ ਪੀਨੀ। ਔਰ ਜੋ ਇਹਦੀ ਮਨੋ ਕਾਮਨਾ ਸੀ ਉਹ ਪ੍ਰਾਪਤ ਕਰ ਲਈ ਇਹਨੇ। ਸਤਿਗੁਰ ਨਿਤ ਠਾਨੇ ਪਿਆਰੀ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨਿੱਤਾਂ ਪ੍ਰਤੀ ਸੰਗਤਾਂ ਨੂੰ ਸਿੰਘਾਂ ਨੂੰ ਬਚਨ ਕਰਦੇ ਐ, ਭਾਈ ਦੱਖਣ ਵੱਲ ਜਾਣਾ ਹੈ, ਤਿਆਰਾ ਖਿੱਚ ਲਵੋ। ਕਰਿਓ ਚਾਹੇ ਦక్షిణ ਸਵਾਰੀ। ਅਸੀਂ ਚਾਹੁੰਦੇ ਹਾਂ ਦੱਖਣ ਵੱਲ ਸਵਾਰੀ ਕਰਕੇ ਘੋੜ ਸਵਾਰ ਹੋ ਕੇ ਜਾਣਾ। ਕਹਿ ਭਾਈ ਮੈਂ ਵੀ ਹੋਏ ਸਾਥ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਈਆਂ ਨੂੰ ਤਾਂ ਕਹਿੰਦੇ ਆ ਵੀ ਸਾਡੇ ਨਾਲ ਚੱਲੋ, ਇਹ ਗੁਰੂ ਦੀ ਮੌਜ ਹੈ। ਹਾਲਾਂਕਿ ਗੁਰੂ ਦਾ ਕਿਸੇ ਬਿਨਾਂ ਕੋਈ ਕੰਮ ਨਹੀਂ ਕਦੇ ਵੀ ਠਹਿਰਦਾ ਹੁੰਦਾ। ਜੇ ਸਿੱਖ ਸੋਚੇ ਵੀ ਜੇ ਮੈਂ ਨਾ ਗੁਰੂ ਘਰ ਜਾਵਾਂ, ਮੈਂ ਨਾ ਗੁਰੂ ਕੋਲੇ ਜਾਵਾਂ, ਮੈਂ ਗੁਰੂ ਦਾ ਸਾਥ ਨਾ ਦੇਵਾਂ ਤਾਂ ਸ਼ਾਇਦ ਗੁਰੂ ਦਾ ਕੰਮ ਖੜ ਜਾਊ, ਗੁਰੂ ਘਰ ਦੇ ਕੰਮ ਰੁਕ ਜਾਣਗੇ। ਨਹੀਂ ਭਾਈ, ਇਹ ਤਾਂ ਗੁਰੂ ਦੀ ਮੌਜ ਆ। ਕਿਸੇ ਨੂੰ ਤਾਂ ਸਤਿਗੁਰ ਸੱਚੇ ਪਾਤਸ਼ਾਹ ਪ੍ਰੇਰਨਾ ਕਰ ਰਹੇ ਆ, ਭਾਈ ਡੱਲਾ ਸਿੰਘ ਵਰਗਿਆਂ ਨੂੰ, ਭਾਈ ਰਾਮ ਸਿੰਘ ਵਰਗਿਆਂ ਨੂੰ, ਵੀ ਤੁਸੀਂ ਨਾਲ ਚੱਲੋ। ਤੇ ਉਹ ਉੱਤੋਂ ਉੱਤੋਂ ਮਹਾਰਾਜ ਨੂੰ ਕਹੀ ਜਾਂਦੇ ਆ, ਮਹਾਰਾਜ ਹਾਂ ਠੀਕ ਆ ਚੱਲਾਂਗੇ, ਵੀ ਮਹਾਰਾਜ ਕੋਈ ਵਚਨ ਨਾ ਐਸਾ ਕਰ ਦੇਣ। ਪਰ ਅੰਦਰੋਂ ਕਪਟ ਹੈ ਵੀ ਜਦੋਂ ਵਿੱਚੋਂ ਦਾਜ ਆ ਲੱਗਿਆ ਤੇ ਰਸਤੇ ਵਿੱਚੋਂ ਮੁੜ ਆਵਾਂਗੇ, ਰਾਤ ਬਰਾਤੇ ਨਿਕਲ ਆਵਾਂਗੇ। ਇਹ ਮਤਲਬ ਦੀ ਪ੍ਰੀਤੀ, ਮਤਲਬ ਦਾ ਪ੍ਰੇਮ ਹੈ ਜਿਹੜਾ ਗੁਰਮੁਖ ਪਿਆਰਿਓ, ਉਹ ਤਾਂ ਦੁਨਿਆਵੀ ਨਹੀਂ ਕਿਸੇ ਦਾ ਬਹੁਤੀ ਦੇਰ ਚੱਲਦਾ। ਆਪਣਾ ਕਿਸੇ ਦੇ ਨਾਲ ਪ੍ਰੇਮ ਹੋਵੇ, ਰਿਸ਼ਤੇਦਾਰ ਨਾਲ, ਉਹ ਸੰਬੰਧ ਖਤਮ ਹੋ ਜਾਂਦੇ ਆ ਜੇ ਮਤਲਬ ਪ੍ਰਸਤੀ ਹੋਵੇ ਉਹਦੇ ਵਿੱਚ।
ਤੇ ਗੁਰੂ ਨਾਲ ਇਹ ਮਤਲਬ ਦੀ ਪ੍ਰੀਤੀ ਕਿੰਨਾ ਕੁ ਚਿਰ ਚੱਲੇ। ਮਤਲਬ ਕੀ ਜੋ ਪ੍ਰੀਤ ਚਿਰ ਨਹੀਂ ਠਹਿਰਦੀ, ਦੂਧ ਦੇ ਤੇ ਜਬ ਧੇਣ ਦੇਵਤਾ ਮਿਹਰ ਦੀ। ਜਿੰਨਾ ਚਿਰ ਗਊ ਧੇਣ ਦੁੱਧ ਦਿੰਦੀ ਹੈ ਉਹਨਾਂ ਚਿਰ ਤਾਂ ਸਾਰੇ ਕਹਿੰਦੇ ਆ ਵੀ ਇਹ ਬੜੀ ਮਿਹਰ ਹੋਈ ਹੈ, ਇਹ ਤਾਂ ਸਾਡੇ ਘਰੇ ਦੇਵੀ ਮਾਤਾ ਹੀ ਆ ਗਈ ਹੈ, ਗਊ ਮਾਤਾ। ਤੇ ਪਰ ਜਦੋਂ ਦੁੱਧ ਦੇਣੋਂ ਹਟ ਜੇ ਮਾਰ ਕੇ ਡੰਡਾ ਜਦੇ ਘਰੋਂ ਕੱਢ ਦਿੰਦੇ ਆ। ਮਤਲਬ ਦੀ ਪ੍ਰੀਤੀ ਹੋ ਗਈ ਨਾ, ਵੀ ਜਿੰਨਾ ਚਿਰ ਮਤਲਬ ਸੀ ਉਹਦੇ ਤੱਕ ਦੁੱਧ ਦਿੰਦੀ ਸੀ, ਘਰ ਰੱਖਿਆ, ਔਰ ਜਦੋਂ ਦੁੱਧ ਦੇਣੋਂ ਹਟ ਗਈ ਉਸ ਵੇਲੇ ਡੰਡਾ ਮਾਰਿਆ, ਰੱਸਾ ਖੋਲ੍ਹਿਆ ਕਿੱਲੇ ਤੋਂ ਤੇ ਬਾਹਰ ਕੱਢ ਦਿੱਤੀ। ਸੋ ਇਸ ਪ੍ਰਕਾਰ ਜਿਹੜੀ ਮਤਲਬ ਦੀ ਪ੍ਰੀਤੀ ਹੈ ਉਹ ਬਹੁਤੀ ਦੇਰ ਨਹੀਂ ਠਹਿਰਦੀ ਹੁੰਦੀ। ਪਰ ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰਨਾ ਚਾਹੁੰਦੇ ਆ, ਰਾਜ ਭਾਗ ਬਖਸ਼ਣਾ ਚਾਹੁੰਦੇ ਆ। ਭਾਈ ਡੱਲੇ ਵਰਗਿਆਂ ਨੂੰ ਤਾਂ ਸਤਿਗੁਰੂ ਜੀ ਕਹਿੰਦੇ ਆ ਚੱਲੋ ਨਾਲ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਰਾਮ ਕੌਰ ਜੀ, ਜਿਨ੍ਹਾਂ ਨੇ 5 ਸਾਲ ਦੀ ਉਮਰ ਵਿੱਚ ਸਤਿਗੁਰੂ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦੀ ਰਸਮ ਨਿਭਾਈ, ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਪੀੜ੍ਹੀ ਵਿੱਚੋਂ, ਉਹ ਵੀ ਇੱਥੇ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਭਾਈ ਰਾਮ ਕੌਰ ਜੀ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਂ ਬਾਬਾ ਗੁਰਬਖਸ਼ ਸਿੰਘ ਰੱਖਿਆ ਗਿਆ, ਉਹਨਾਂ ਦਾ ਇੱਕ ਨੇਮ ਸੀ ਵੀ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਬਿਨਾਂ ਉਹ ਅੰਨ ਜਲ ਨਹੀਂ ਸੀ ਛਕਦੇ। ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਫਿਰ ਭੋਜਨ ਗ੍ਰਹਿਣ ਕਰਨਾ। ਇਹਨਾਂ ਦੀ ਮਾਤਾ ਰਮਦਾਸ ਨਗਰ ਤੋਂ ਚੱਲ ਕੇ ਦਮਦਮਾ ਸਾਹਿਬ ਪਹੁੰਚੀ। ਕਹਿੰਦੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪਣੇ ਪੁੱਤਰ ਨੂੰ ਲੈਣ ਆਈ ਹੈ ਵਾਪਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਲੈ ਜਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਭਾਈ ਗੁਰਬਖਸ਼ ਸਿੰਘ ਨੂੰ, ਭਾਈ ਰਾਮ ਕੌਰ ਨੂੰ ਵੀ ਕਿਹਾ ਵੀ ਤੇਰੀ ਮਾਤਾ ਲੈਣ ਆਈ ਹੈ, ਮਾਤਾ ਦਾ ਵਚਨ ਨਾ ਮੋੜ, ਇਹਨਾਂ ਦੇ ਨਾਲ ਘਰ ਚਲਿਆ ਜਾ। ਔਰ ਭਾਈ ਸਾਹਿਬ ਕਹਿੰਦੇ ਕਹੇ ਭਾਈ ਮੈਂ ਵੀ ਹੋਏ ਸਾਥ। ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ, ਮੇਰਾ ਤਾਂ ਪ੍ਰਣ ਟੁੱਟ ਜੂਗਾ। ਗੁਰੂ ਮਹਾਰਾਜ ਕਹਿੰਦੇ ਦੇਖੋ ਮਾਤਾ ਆਈ ਹੈ, ਔਰ ਮਾਤਾ ਨੇ ਇਹ ਵੀ ਵਚਨ ਕੀਤੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਇਹਦਾ ਪਿਤਾ ਭਾਈ ਰਾਮ ਕੌਰ ਦਾ ਦਿੱਲੀ ਵਿਖੇ ਜਦੋਂ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ ਉਸ ਵੇਲੇ ਉਹ ਵੀ ਸਰੀਰ ਛੱਡ ਗਿਆ ਸੀ ਉੱਥੇ। ਘਰ ਦੇ ਵਿੱਚ ਹੋਰ ਕੋਈ ਨਹੀਂ, ਮੇਰਾ ਇੱਕੋ ਇੱਕ ਸਹਾਰਾ ਆ ਮੇਰਾ ਪੁੱਤ ਹੈ, ਇਹਨੂੰ ਤੁਸੀਂ ਆਗਿਆ ਦੇ ਦਿਓ, ਘਰ ਭੇਜ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਣਾ ਚਾਹੀਦਾ ਭਾਈ ਸਾਹਿਬ ਤੈਨੂੰ। ਤਾਂ ਉਸ ਵੇਲੇ ਆਖਿਆ ਮਹਾਰਾਜ ਮੇਰਾ ਪ੍ਰਣ ਟੁੱਟੂਗਾ, ਮੈਂ ਤਾਂ ਆਪ ਜੀ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਤੁਸੀਂ ਫਿਕਰ ਨਾ ਕਰੋ, ਜਦੋਂ ਸਾਡੇ ਦਰਸ਼ਨਾਂ ਦੀ ਚਾਹਨਾ ਹੋਵੇ ਸ਼ਿਕਾਰ ਨੂੰ ਚੜ੍ਹ ਜਾਇਆ ਕਰੋ, ਘਰ ਤੋਂ ਬਾਹਰ ਜਦੋਂ ਨਿਕਲਿਆ ਕਰੋਗੇ ਨਾ ਤੇ ਸਾਡੇ ਜਦੋਂ ਭਾਵਨਾ ਨਾਲ ਚੇਤੇ ਕਰੋਗੇ ਸਾਡੇ ਦਰਸ਼ਨ ਤੁਹਾਨੂੰ ਉੱਥੇ ਹੀ ਹੋ ਜਾ ਕਰਨਗੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਗੁਰਬਖਸ਼ ਸਿੰਘ ਜੀ, ਭਾਈ ਰਾਮ ਕੌਰ ਜੀ ਦਮਦਮਾ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ 50 ਸਾਲ ਉਹਨਾਂ ਨੇ ਉਮਰ ਭੋਗੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਾਂ ਉਸ ਤੋਂ 2-3 ਸਾਲਾਂ ਬਾਅਦ ਹੀ ਭਾਣਾ ਵਰਤਾ ਗਏ ਸਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੇ ਕੇ। ਪਰ 50 ਸਾਲ ਭਾਈ ਰਾਮ ਕੌਰ ਜੀ ਨੂੰ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਰਹੇ ਰਹਿੰਦੀ ਉਮਰ ਤੱਕ। ਭਾਈ ਦਇਆ ਸਿੰਘ ਜੀ ਨੇ ਆਖਿਆ ਸੀ ਨਾ ਔਰੰਗਜ਼ੇਬ ਨੂੰ ਸਾਡੇ ਗੁਰੂ ਸਾਹਿਬ ਤਾਂ ਸਦਾ ਹੀ ਹਾਜ਼ਰ ਨਾਜ਼ਰ ਹੈ, ਇੱਥੇ ਵੀ ਹਾਜ਼ਰ ਹੈ। ਐਵੇਂ ਨਹੀਂ ਸੀ ਆਖਿਆ, ਕਿਉਂਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਅੱਜ ਵੀ ਖਾਲਸਾ ਜੀ ਭਾਵਨਾ ਵਾਲੇ ਗੁਰਸਿੱਖਾਂ ਦੀ ਇਹ ਉਹਨਾਂ ਦੀ ਮਾਨਤਾ ਹੈ ਕਿ ਸਤਿਗੁਰੂ ਸਾਹਿਬ ਜੀ ਕਿਤੇ ਗਏ ਨਹੀਂ ਹੈਗੇ, ਹਾਜ਼ਰ ਨਾਜ਼ਰ ਹੈ। ਔਰ ਸਤਿਗੁਰੂ ਸਾਹਿਬ ਜੀ ਤਾਂ ਜਿਸ ਵੇਲੇ ਭਾਣਾ ਵਰਤਾਇਆ ਹਜੂਰ ਸਾਹਿਬ ਅੱਗੇ ਕਥਾ ਆਵੇਗੀ, ਉਸ ਤੋਂ ਬਾਅਦ ਇੱਕ ਸਾਧੂ ਨੂੰ ਵੀ ਦਰਸ਼ਨ ਦਿੰਦੇ ਹੈ। ਬਾਲਾ ਰਾਓ ਤੇ ਰੁਸਤਮ ਰਾਓ ਪੂਨੇ ਸਤਾਰੇ ਦੇ ਕਿਲੇ ਦੇ ਵਿੱਚ ਜਿਹੜੇ ਕੈਦ ਆ ਰਾਜੇ, ਸੱਚਖੰਡ ਪਿਆਨਾ ਕਰਨ ਤੋਂ 30-40 ਸਾਲ ਬਾਅਦ ਉਹਨਾਂ ਨੂੰ ਰਿਹਾ ਕਰਾ ਕੇ ਲੈ ਕੇ ਜਾਂਦੇ ਆ ਪ੍ਰਤੱਖ ਦਰਸ਼ਨ ਦੇ ਕੇ। ਔਰ ਸਤਿਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਗੁਰਸਿੱਖਾਂ ਸੰਤਾਂ ਭਗਤਾਂ ਨੂੰ ਅੱਜ ਵੀ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਆ ਭਾਵਨਾ ਵਾਲਿਆਂ ਨੂੰ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨੂੰ ਦਰਸ਼ਨ ਦਿੰਦੇ ਰਹੇ। ਇਹ ਭਾਈ ਸਾਹਿਬ ਕਹਿਣ ਲੱਗੇ ਭਾਈ ਰਾਮ ਕੌਰ ਜੀ, ਕਹਿੰਦਾ ਨਾ ਮਹਾਰਾਜ ਮੈਂ ਘਰ ਨਹੀਂ ਜਾਣਾ, ਮੈਂ ਵੀ ਤੁਹਾਡੇ ਨਾਲ ਜਾਵਾਂਗਾ ਦੱਖਣ ਵੱਲ। ਮਹਾਰਾਜ ਮੈਨੂੰ ਦਰਸ਼ਨ ਕਿਵੇਂ ਹੋਣਗੇ, ਇਸ ਕਰਕੇ ਦਰਸ਼ਨਾਂ ਦੇ ਵਾਸਤੇ ਮੈਂ ਹਮੇਸ਼ਾ ਆਪ ਜੀ ਦੇ ਨਾਲ ਚੱਲਾਂਗਾ। ਕਈ ਜਿਹੜੇ ਸੀ ਡਰਦੇ ਮਾਰੇ ਵੀ ਮਹਾਰਾਜ ਨਾਲ ਨਾ ਲੈ ਜਾਣ, ਹਟ ਕੇ ਉੱਥੋਂ ਗੁਰੂ ਮਹਾਰਾਜ ਦੀ ਫੌਜ ਦੇ ਵਿੱਚੋਂ ਭਾਈ ਡੱਲੇ ਕੋਲੇ ਨੌਕਰੀ ਕਰਨ ਵਾਲੇ ਜਿਹੜੇ ਸੀ
ਉਹ ਆਪੋ ਆਪਣੇ ਘਰਾਂ ਨੂੰ ਚਲੇ ਗਏ। ਕੇਤਕ ਹਟੇ ਕਪਟ ਕਰ ਰੁਕ। ਕਈ ਤਾਂ ਛੁੱਟੀ ਲੈ ਕੇ ਚਲੇ ਗਏ ਵੀ ਮਹਾਰਾਜ ਨਹੀਂ ਸਰਦਾ, ਸਾਨੂੰ ਤਾਂ ਘਰੇ ਜਾਣਾ ਪੈਣਾ, ਵੀ ਅਸੀਂ ਨਹੀਂ ਜਾ ਸਕਦੇ। ਔਰ ਕਈ ਜਿਹੜੇ ਸੀ ਉਹ ਕਪਟ ਕਰਕੇ ਰਾਤ ਬਰਾਤੇ ਉਹ ਰਾਤ ਨੂੰ ਚੋਰੀ ਛਿਪੇ ਭੱਜ ਗਏ। ਕੇਤਕ ਕਪਟ ਬਿਨ ਸੰਗੀ ਭਏ। ਤੇ ਕਈ ਸਿੱਖ ਇਸ ਤਰ੍ਹਾਂ ਦੇ ਸੀ, ਉਹ ਬਿਨਾਂ ਕਪਟ ਤੋਂ ਮਹਾਰਾਜ ਦੇ ਨਾਲ ਉਹ ਸੰਗੀ ਬਣੇ ਰਹੇ। ਨਾ ਤਾਂ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਜਾਣਾ, ਨਾ ਰੋਕਿਆ, ਪਰ ਉਹਨਾਂ ਦੇ ਮਨ ਦੀ ਭਾਵਨਾ ਸੀ ਵੀ ਅਸੀਂ ਗੁਰੂ ਮਹਾਰਾਜ ਜੀ ਦੇ ਨਾਲ ਜਾਵਾਂਗੇ। ਆਹ ਸੇਵਾ ਦਾ ਮੌਕਾ ਮਿਲਿਆ, ਇਹ ਮਨੁੱਖਾ ਜਨਮ ਨੂੰ ਸਫਲਾ ਕਰ ਲਈਏ। ਇਸ ਕਰਕੇ ਨਿਰਛਲ ਹੋ ਕੇ, ਨਿਰਕਪਟ ਹੋ ਕੇ ਉਹ ਗੁਰੂ ਸਾਹਿਬ ਜੀ ਦੇ ਨਾਲ ਗਏ। ਸਤਿਗੁਰ ਚਰਨ ਪ੍ਰੇਮ ਕੋ ਲਈ। ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਤੀਨ ਦਸ਼ਾ ਸਿੱਖਣ ਕੀ ਹੋਏ। ਇਸ ਤਰ੍ਹਾਂ 3 ਪ੍ਰਕਾਰ ਦੇ ਸਿੱਖ ਉੱਥੇ ਹੋ ਗਏ। ਇੱਕ ਤਾਂ ਜਿਹੜੇ ਚੋਰੀ ਛਿਪੇ ਚਲੇ ਗਏ, ਇੱਕ ਮਹਾਰਾਜ ਨੂੰ ਦੱਸ ਕੇ ਚਲੇ ਗਏ, ਤੇ ਇੱਕ ਭਾਵਨਾ ਵਾਲੇ ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਭਾਈ ਰੂਪਚੰਦ ਜੀ, ਭਾਈ ਰੂਪਾ ਜੀ ਦੇ ਪੋਤਰੇ। ਇਹਨਾਂ ਦੀ ਕੁਲ ਦੇ ਵਿੱਚੋਂ ਮਿਸਤਰੀ ਸਿੰਘ ਤਰਖਾਣ ਸਿੰਘ ਸੀ। ਇਹ ਵੀ ਮਹਾਰਾਜ ਦੀ ਸੇਵਾ ਵਿੱਚ ਇੱਥੇ ਹਾਜ਼ਰ ਹੈ। ਇਹ ਵੀ ਨਾਲ ਜਾਣਗੇ, ਮਹਾਰਾਜ ਦੇ ਅੱਗੇ ਇਤਿਹਾਸ ਆਵੇਗਾ। ਸੋ ਇਸ ਪ੍ਰਕਾਰ 3 ਪ੍ਰਕਾਰ ਦੀ ਦਸ਼ਾ ਸਿੱਖਾਂ ਦੀ ਹੋਈ। ਕਿਨੋ ਲਾਭ ਲੀਨ ਸੁਖਿਨ ਖੋਏ। ਇਹਨਾਂ ਵਿੱਚੋਂ ਕਿਸੇ ਨੇ ਤਾਂ ਲਾਭ ਲੈ ਲਿਆ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ, ਤੇ ਕਿਸੇ ਨੇ ਬੇਮੁਖ ਹੋ ਕੇ ਹਾਨੀ ਕਰਵਾ ਲਈ, ਲਾਭ ਗਵਾ ਦਿੱਤਾ। ਘਰ ਕੋ ਮੋਹ ਤਿਆਗ ਕਰ ਚਲੀ। ਕਈ ਘਰਾਂ ਦੇ ਮੋਹ ਨੂੰ ਤਿਆਗ ਕੇ ਸਤਿਗੁਰੂ ਜੀ ਦੇ ਨਾਲ ਚੱਲੇ। ਸੇ ਪੂਰਨ ਉਤਰੇ ਨਰ ਭਲੇ। ਉਹ ਜਿਹੜੇ ਸੀ ਘਰਾਂ ਦਾ ਮੋਹ ਤਿਆਗ ਕੇ ਗੁਰੂ ਦੇ ਪ੍ਰੇਮ ਵਿੱਚ ਗਏ, ਉਹ ਕਹਿੰਦੇ ਭਾਈ ਪੂਰੇ ਉਤਰੇ ਗੁਰੂ ਦੀ ਸਿੱਖੀ ਦੇ ਉੱਤੇ। ਉਹਨਾਂ ਨੇ ਜਨਮ ਸਫਲਾ ਕੀਤਾ। ਜਬ ਤੇ ਪੁੱਤਰ ਮਰੇ ਵਿੱਚ ਮੇਲੇ। ਜਦੋਂ ਮੇਲੇ ਦੇ ਵਿੱਚ, ਜਦੋਂ ਬਰਗਾੜੀ ਵਾਲਿਆਂ ਦੀ ਤੇ ਕਪੂਰੇ ਚੌਧਰੀ ਦੀ ਆਪਸ ਵਿੱਚ ਲੜਾਈ ਹੋ ਗਈ ਸੀ ਢਿਲਮਾ ਵਿਖੇ, ਸੋਢੀ ਕੌਲ ਰਾਏ ਜਿੱਥੇ ਮੇਲਾ ਲਾਉਂਦਾ ਸੀ, ਉਸ ਮੇਲੇ ਵਿੱਚ ਇਹਦਾ ਪੁੱਤਰ ਅਭੈ ਰਾਮ, ਉਹਦੇ ਗਾਂ 2 ਪੁੱਤ ਇਹਨਾਂ ਨੇ ਬਰਾੜਾ ਨੇ ਆਪਸੀ ਲੜਾਈ ਵਿੱਚ ਮਾਰ ਦਿੱਤੇ ਸਨ। ਪਿੱਛੇ ਤੁਸੀਂ ਸੁਣਿਆ ਇਤਿਹਾਸ। ਜਦੋਂ ਇਹ ਅਭੈ ਰਾਮ ਦੇ ਪੁੱਤਰ ਜਦੋਂ ਤੋਂ ਮਰ ਗਏ, ਅਭੈ ਰਾਮ ਕਰ ਸ਼ੋਕ ਦਹੇਲੀ। ਅਭੈ ਰਾਮ ਉਸ ਵੇਲੇ ਦਾ ਬੜਾ ਦੁਖੀ ਹੋਇਆ, ਬੜਾ ਗਮਗੀਨ ਰਹਿੰਦਾ ਸੀ। ਨੈ ਕਰ ਰਹਿਓ ਪ੍ਰਭੂ ਟਿਕ ਆਇਓ। ਫਿਰ ਇਹਦਾ ਆਪਣੇ ਘਰ ਦੇ ਵਿੱਚ ਮਨ ਨਹੀਂ ਲੱਗਿਆ। ਇਹ ਗੁਰੂ ਮਹਾਰਾਜ ਦੇ ਕੋਲ ਇੱਥੇ ਦਮਦਮਾ ਸਾਹਿਬ ਆ ਗਿਆ ਸੀ। ਸੰਗ ਦੀਵਾਨੇ ਕੋ ਗਨ ਲਿਆਇਓ। ਇਹ ਇਕੱਲਾ ਨਹੀਂ ਆਇਆ, ਇਹਦੇ ਨਾਲ ਕਈ ਦੀਵਾਨੇ ਸਾਧੂ ਵੀ ਆਏ ਸੀ। ਦੀਵਾਨੇ ਸਾਧੂਆਂ ਦੀ ਇੱਕ ਸੰਪਰਦਾ ਹੈ, ਜਿਹੜੇ ਕਿ ਬਾਬਾ ਪਿਰਥੀ ਚੰਦ ਜੀ ਦੇ ਪੁੱਤਰ ਮਿਹਰਬਾਨ ਤੋਂ ਇਹ ਸੰਪਰਦਾ ਚੱਲੀ ਸੀ ਅੱਗੇ ਦੀਵਾਨੇ ਸਾਧੂਆਂ ਦੀ। ਇਹਨਾਂ ਦੀ ਗਿਣਤੀ ਉਦਾਸੀਆਂ ਵਿੱਚ ਹੀ ਕੀਤੀ ਜਾਂਦੀ ਹੈ। ਸੋ ਇਹ ਦੀਵਾਨੇ ਸਾਧੂ ਕੀ ਕਰਦੇ ਵੀ ਆਪਣਾ ਮੂੰਹ ਕਾਲਾ ਕਰਕੇ ਸਿਰ ਦੇ ਉੱਤੇ ਮੋਰ ਪੰਖ ਬੰਨ੍ਹ ਲੈਂਦੇ, ਤੇ ਇੱਦਾਂ ਹੀ ਦੀਵਾਨੇ ਮਸਤਾਨੇ ਜੇ ਹੋ ਕੇ ਘੁੰਮਦੇ ਰਹਿੰਦੇ। ਸੋ ਇਸ ਤਰ੍ਹਾਂ ਜਿਹੜੇ ਇਹ ਦੀਵਾਨੇ ਸਾਧੂ ਹੈ ਕੁਝ, ਉਹ ਵੀ ਭਾਈ ਅਭੈ ਰਾਮ ਦੇ ਨਾਲ ਦਮਦਮਾ ਸਾਹਿਬ ਆਏ। ਸ੍ਰੀ ਗੁਰ ਰਾਖਿਓ ਕਰ ਸਨਮਾਨਾ। ਸਤਿਗੁਰੂ ਸਾਹਿਬ ਜੀ ਨੇ ਈਰਖਾ ਨਹੀਂ ਕੀਤੀ, ਕੋਈ ਇਹਨਾਂ ਦੇ ਨਾਲ ਵਿਤਕਰਾ ਨਹੀਂ ਕੀਤਾ, ਬੜਾ ਮਾਣ ਸਨਮਾਨ ਕਰਕੇ ਆਪਣੇ ਕੋਲ ਰੱਖ ਲਿਆ ਇਹਨਾਂ ਨੂੰ। ਆਓ ਅਭੈ ਸਿੰਘ ਮਹਿਲ ਸੁਜਾਨਾ। ਸਤਿਗੁਰੂ ਜੀ ਨੇ ਆਖਿਆ, ਆਓ ਭਾਈ ਅਭੈ ਸਿੰਘ, ਤੂੰ ਤਾਂ ਬੜਾ ਸੁਜਾਨਾ ਸਿਆਣਾ ਹੈ। ਗੁਰ ਹਰਿ ਰਾਏ ਪ੍ਰਥਮ ਬਚ ਭਇਓ। ਔਰ ਇਹਨੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਨਾ ਅੰਮ੍ਰਿਤ ਵੀ ਛਕ ਲਿਆ ਸੀ। ਅਭੈ ਰਾਮ ਤੋਂ ਅਭੈ ਸਿੰਘ ਬਣ ਗਿਆ ਸੀ, ਤਾਂ ਹੀ ਪਹਿਲਾ ਨਾਂ ਅਭੈ ਰਾਮ ਆਇਆ। ਇੱਥੇ ਭਾਈ ਸੰਤੋਖ ਜੀ ਨੇ ਅਭੈ ਸਿੰਘ ਨਾਮ ਲਿਖਿਆ। ਅੰਮ੍ਰਿਤ ਛਕ ਲਿਆ, ਅਭੈ ਸਿੰਘ ਬਣ ਗਿਆ ਸੀ ਗੁਰੂ ਮਹਾਰਾਜ ਜੀ ਦੇ ਕੋਲ ਰਹਿ ਕੇ ਇਹ। ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਵੇਖ ਕੇ 7ਵੇਂ ਪਾਤਸ਼ਾਹ ਦੇ ਬਚਨ ਚੇਤੇ ਕਰਦੇ ਆ, ਪਿੱਛੇ ਜੋ ਇਤਿਹਾਸ ਵਿੱਚ ਵਰਤੇ ਹੈ। ਉਹ ਬਚਨ ਕੀ ਹੈ? 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਪਣੇ ਸਮੇਂ ਦੇ ਵਿੱਚ ਇੱਕ ਵਾਰੀ ਇਹ ਬਚਨ ਕੀਤੇ ਸਨ। ਸ੍ਰੀ ਨਾਨਕ ਜਹਾਜ਼ ਫਟ ਗਇਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀ ਧਰਤੀ ਸਿੰਘਾਂ ਨੂੰ ਨਾਲ ਲੈ ਕੇ 2200 ਘੋੜ ਅਸਵਾਰ ਹਮੇਸ਼ਾ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਨਾਲ ਰਹਿੰਦਾ। ਮਹਾਰਾਜ ਨੇ ਜੰਗ ਨਹੀਂ ਕੀਤੀ ਕੋਈ, ਪਰ ਘੋੜ ਅਸਵਾਰ ਰੱਖਦੇ, ਸ਼ਿਕਾਰ ਨੂੰ ਚੜ੍ਹਨਾ, ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਰਹਿੰਦੇ। ਇੱਕ ਦਿਨ ਚੜ੍ਹੇ ਆ, ਜਾ ਕੇ ਇੱਕ ਉੱਚੀ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਚੜ੍ਹ ਗਏ। ਸਾਰੀ ਫੌਜ ਸੰਗਤ ਹੇਠਾਂ ਖੜੀ ਹੈ। ਉੱਚੀ ਜਗ੍ਹਾ ਉੱਤੇ ਚੜ੍ਹ ਕੇ ਨਾ
ਸਤਿਗੁਰ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵੱਲ ਨੂੰ, ਜਿੱਥੇ ਅਨੰਦਪੁਰ ਸਾਹਿਬ ਵਸਣਾ ਹੈ, ਇਸ ਧਰਤੀ ਵੱਲ ਨੂੰ, ਸਤਲੁਜ ਵੱਲ ਨੂੰ ਐ ਅੱਖਾਂ ਦੇ ਉੱਤੇ ਹੱਥ ਰੱਖ ਕੇ ਨਾ ਦੂਰ ਤੱਕ ਦੇਖ ਰਹੇ ਆ ਗੁਰੂ ਹਰਿਰਾਏ ਸਾਹਿਬ ਮਹਾਰਾਜ। ਕੁਝ ਦੇਰ ਦੇਖਦੇ ਰਹੇ, ਫਿਰ ਹੇਠਾਂ ਉਤਰ ਆਏ। ਸਿੰਘ ਪੁੱਛਦੇ ਆ ਸਿੱਖ ਮਹਾਰਾਜ ਨੂੰ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਦੇਖਦੇ ਹੋ? ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ ਉਸ ਵੇਲੇ, ਕਹਿੰਦੇ ਭਾਈ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਪੰਥ ਦਾ ਜਹਾਜ਼ ਚਲਾਇਆ ਸੀ ਨਾ, ਕਹਿੰਦੇ ਫਟ ਗਿਆ। ਗੁਰੂ ਨਾਨਕ ਕੋ ਜਹਾਜ਼ ਫਟ ਗਏ ਹੋ, ਕਹਿੰਦੇ ਗੁਰੂ ਨਾਨਕ ਦਾ ਜਹਾਜ਼ ਫਟ ਗਿਆ ਹੈ। ਬੋਰ ਵਿਚਾਰ ਕਰਿਓ ਭਵਿਖ। ਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਭਵਿੱਖਤ ਬਚਨ ਕਰ ਦਿੱਤੇ, ਕਹਿੰਦੇ ਗੁਰੂ ਨਾਨਕ ਦਾ ਜਹਾਜ਼ ਇਹ ਫਟ ਗਿਆ, ਇਹਦੇ ਵਿੱਚ ਮੋਰੀਆਂ ਹੋ ਗਈਆਂ, ਛੇਦ ਹੋ ਗਏ ਐ। ਭਵਿੱਖਤ ਬਚਨ ਕੀਤੇ, ਕਹਿੰਦੇ ਅਸੀਂ ਤਾਂ ਇਹ ਦੇਖ ਰਹੇ ਹਾਂ ਵੀ ਇਸ ਜਹਾਜ਼ ਨੂੰ ਠੀਕ ਕਰਨ ਵਾਲਾ ਕਦੋਂ ਕ ਆਵੇਗਾ। ਦਸਵੇਂ ਪਾਤਸ਼ਾਹ ਬਹੁ ਸਿੱਖ। ਕਹਿੰਦੇ 10ਵੇਂ ਪਾਤਸ਼ਾਹ ਆਉਣਗੇ ਤੇ ਹੋਰ ਉਹਨਾਂ ਦੇ ਨਾਲ ਬਹੁਤ ਸਾਰੇ ਸਿੱਖ ਖਾਲਸੇ ਹੋਣਗੇ। ਪੜਿਓ ਜਹਾਜ਼ ਇਕੱਤਰ ਕਰਾਂਗੇ। ਉਹ ਫਿਰ ਆ ਕੇ ਗੁਰੂ ਮਹਾਰਾਜ ਦੇ ਖਾਲਸੇ ਔਰ ਗੁਰੂ ਮਹਾਰਾਜ ਆਪ 10ਵੇਂ ਜਾਮੇ ਵਿੱਚ ਆ ਕੇ ਗੁਰੂ ਨਾਨਕ ਦਾ ਜਿਹੜਾ ਸਿੱਖੀ ਦਾ ਜਹਾਜ਼ ਆ ਨਾ, ਜੇ ਫਟ ਗਿਆ ਜਿਹੜਾ, ਇਹਨੂੰ ਇਹ ਸਾਰੇ ਸਿੱਖਾਂ ਨੂੰ ਇਕੱਤਰ ਕਰਨਗੇ, ਇਹ ਜਹਾਜ਼ ਨੂੰ ਨਵਾਂ ਨਕੋਰ ਬਣਾ ਦੇਣਗੇ। ਇਹ ਜਹਾਜ਼ ਫਟੇ ਦੇ ਬਚਨ ਕਿਉਂ ਕੀਤੇ? ਕਿਉਂਕਿ ਖਾਲਸਾ ਜੀ ਉਸ ਵੇਲੇ ਸੋਢੀ ਆਪਣੀਆਂ ਅੱਡ ਗੱਦੀਆਂ ਲਾਈ ਬੈਠੇ ਸੀ, ਧੀਰ ਮੱਲੀਆਂ ਨੇ ਅੱਡ ਲਾ ਲਈਆਂ, ਰਾਮ ਰਾਈਆਂ ਨੇ ਅੱਡ ਲਾ ਲਈਆਂ, ਐਵੇਂ ਪੰਥ ਦੇ ਵਿੱਚ ਹੋਇਆ। ਸੋ ਇਸ ਕਰਕੇ ਗੁਰੂ ਹਰਿਰਾਏ ਸਾਹਿਬ ਨੇ ਬਚਨ ਕੀਤੇ ਵੀ ਕੋਈ ਕਿਸੇ ਦਾ ਸਿੱਖ ਬਣਿਆ ਫਿਰਦਾ, ਕੋਈ ਕਿਸੇ ਦਾ ਸਿੱਖ। ਅਸਲੀ ਗੁਰੂ ਦਾ ਸਿੱਖ ਤਾਂ ਕੋਈ ਵਿਰਲਾ ਹੀ ਬਣਦਾ। ਜਿਵੇਂ ਅੱਜ ਵੀ ਆਪਾਂ ਵੇਖਦੇ ਹਾਂ, ਜੇ ਕਿਸੇ ਨੂੰ ਪੁੱਛੀਏ ਭਾਈ ਤੂੰ ਕਿਹਦਾ ਸੇਵਕ ਹੈ, ਤੂੰ ਕਿਹਨਾਂ ਦਾ ਸਿੱਖ ਹੈ, ਤਾਂ ਅਣਜਾਣ ਮਾਈ ਭਾਈ ਕਈ ਵਾਰੀ ਕਹਿ ਦਿੰਦੇ ਆ ਜੀ ਮੈਂ ਤਾਂ ਰਾੜੇ ਵਾਲੇ ਸੰਤਾਂ ਦਾ ਸਿੱਖ ਹੈ। ਕੋਈ ਕਹਿੰਦਾ ਮੈਂ ਨਾਨਕਸਰ ਵਾਲਿਆਂ ਦਾ ਸੇਵਕ ਹੈ, ਕੋਈ ਕਹਿੰਦਾ ਮੈਂ ਟਕਸਾਲ ਵਾਲਿਆਂ ਦਾ ਸੇਵਕ ਹੈ। ਗੁਰੂ ਦਾ ਸੇਵਕ ਕੋਈ ਬਣ ਕੇ ਰਾਜੀ ਨਹੀਂ। ਸੋ ਗੁਰੂ ਪਿਆਰਿਓ, ਇਹਨੂੰ ਸੰਪਰਦਾਵਾਂ ਦੀ ਨਿੰਦਾ ਨਾ ਸਮਝਣਾ। ਅਸੀਂ ਸਭ ਤੋਂ ਪਹਿਲਾਂ ਗੁਰੂ ਕੇ ਸਿੱਖ ਹਾਂ। ਸੰਪਰਦਾਵਾਂ ਟਕਸਾਲਾਂ ਜਿਹੜੀਆਂ ਉਹ ਸਾਡੇ ਵਾਸਤੇ ਸਕੂਲ ਹੈ, ਪੜ੍ਹਨ ਵਾਸਤੇ, ਸਿੱਖਿਆ ਦੇਣ ਵਾਲੀਆਂ ਸਾਡੀਆਂ ਯੂਨੀਵਰਸਿਟੀਆਂ, ਕਾਲਜ ਹੈ। ਸਿੱਖ ਅਸੀਂ ਗੁਰੂ ਕੇ ਹਾਂ। ਸੋ ਇਹੋ ਜਿਹੀ ਹਾਲਤ ਜਿਸ ਵੇਲੇ ਹੋਈ ਪੰਥ ਦੇ ਵਿੱਚ, ਅੱਜ ਵੀ ਆਪਾਂ ਰਹਿਤ ਮਰਿਆਦਾ ਵਿੱਚ ਪੜ੍ਹਦੇ ਹਾਂ ਕਿ ਰਾਮ ਰਾਈਏ, ਧੀਰ ਮੱਲੀਏ, ਮੀਣੇ ਮਸੰਦ, ਸਿਰ ਗੁੰਮ, ਨੜੀ ਮਾਰ, ਕੁੜੀ ਮਾਰ ਦੇ ਨਾਲ ਗੁਰੂ ਕੇ ਸਿੱਖ ਨੇ ਨਹੀਂ ਵਰਤਣਾ। ਸੋ ਇਹ ਜਿਹੜੇ ਵੱਖ-ਵੱਖ ਫਿਰਕਿਆਂ ਦੇ ਵਿੱਚ ਸਿੱਖ ਵੰਡੇ ਗਏ ਸੀ, ਉਹਨਾਂ ਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਕੱਤਰ ਕਰਨਗੇ, ਉਹਨਾਂ ਦਾ ਖਾਲਸਾ ਇਕੱਤਰ ਕਰੂਗਾ। ਤੇ ਗੁਰੂ ਮਹਾਰਾਜ ਦੇ ਬਚਨ ਹੈ, ਇਹਨਾਂ ਵਿੱਚੋਂ ਕੋਈ ਵੀ ਅੰਮ੍ਰਿਤ ਛਕ ਕੇ ਗੁਰੂ ਕਾ ਸਿੰਘ ਸੱਜ ਜਾਵੇ, ਫਿਰ ਇਹ ਸਾਡਾ ਹੀ ਭਾਈ ਹੈ। ਵੈਸੇ ਗੁਰੂ ਕੇ ਸਿੱਖ ਨੇ ਇਹਨਾਂ ਦੇ ਨਾਲ ਵਰਤੋਂ ਵਿਹਾਰ ਨਹੀਂ ਰੱਖਣਾ ਕਿਸੇ ਨਾਲ ਵੀ। ਰਾਮ ਰਾਈਏ, ਜਿਹੜੇ ਰਾਮ ਰਾਏ ਨੂੰ ਮੰਨਣ ਵਾਲੇ ਸੀ, ਗੁਰੂ ਤੋਂ ਬੇਮੁਖ ਹੋ ਗਿਆ ਸੀ, ਗੁਰਬਾਣੀ ਦੀ ਤੁਕ ਬਦਲ ਕੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਸੀ ਬਾਦਸ਼ਾਹ ਦੀ ਖੁਸ਼ਾਮਦ ਕਰਨ ਵਾਸਤੇ। ਮਹਾਰਾਜ ਨੇ ਬਚਨ ਕਰ ਦਿੱਤੇ ਸੀ, ਜਿੱਧਰ ਨੂੰ ਮੂੰਹ ਉੱਧਰ ਨੂੰ ਚਲਿਆ ਜਾ, ਤੈਨੂੰ ਕਿਹਨੇ ਅਧਿਕਾਰ ਦਿੱਤਾ ਗੁਰੂ ਕੀ ਬਾਣੀ ਬਦਲਣ ਦਾ? ਸੋ ਉਹ ਆਪਣਾ ਅਲੱਗ ਚਲਾ ਕੇ ਬੈਠ ਗਿਆ ਸੀ ਪੰਥ। ਇਸੇ ਤਰ੍ਹਾਂ ਧੀਰ ਮੱਲੀਏ, ਉਹਨਾਂ ਨੇ ਆਪਣਾ ਅਲੱਗ ਚਲਾਇਆ ਹੋਇਆ ਸੀ। ਧੌਲੀ ਧਾਰ ਜਿੱਥੇ ਜਾਂਦੇ ਆ ਲੋਕ ਦੁਖੀ ਹੋਏ ਭੂਤ ਪ੍ਰੇਤ ਕਢਾਉਣ, ਸੋ ਜਿਨ੍ਹਾਂ ਨੇ ਨਾਮ ਨਹੀਂ ਜਪਣਾ, ਸੰਗਤ ਨਹੀਂ ਕਰਨੀ, ਰੱਬ ਦਾ ਨਾਮ ਨਹੀਂ ਲੈਣਾ, ਬਾਣੀ ਨਹੀਂ ਪੜ੍ਹਨੀ, ਗੁਰੂ ਘਰ ਨਹੀਂ ਆਉਣਾ, ਉਹ ਭਾਈ ਆਪ ਹੀ ਭੂਤਨਿਆਂ ਵਰਗੇ। ਉਹਨਾਂ ਨੂੰ ਫਿਰ ਭੂਤ ਤਾਂ ਚਿੰਬੜਨਾ ਹੀ ਹੈ, ਮਿੱਤਰ ਕੋਲੇ ਮਿੱਤਰ ਆ ਹੀ ਜਾਂਦਾ ਹੈ। ਸੋ ਜਿਹੜੇ ਗੁਰੂ ਕੇ ਸਿੱਖ ਆ ਉਹਨਾਂ ਉੱਤੇ ਕੋਈ ਅਸਰ ਨਹੀਂ। ਸੋ ਉੱਥੇ ਜਾਂਦੇ ਆ ਬਹੁਤ ਲੋਕ, ਇਹਨਾਂ ਨੇ ਆਪਣਾ ਵੱਖਰਾ ਹੀ ਸਿਸਟਮ ਚਲਾ ਰੱਖਿਆ ਸੀ, ਆਪਣੇ ਆਪ ਨੂੰ ਵੱਖਰੀ ਗੱਦੀ ਗੁਰੂ ਕਹਾਉਣ ਲੱਗ ਪਏ ਸੀ ਧੀਰ ਮੱਲੀਏ ਵੀ। ਸੋ ਇਸੇ ਪ੍ਰਕਾਰ ਸਿਰ ਗੁੰਮ ਉਸ ਨੂੰ ਕਹਿੰਦੇ ਆ ਖਾਲਸਾ ਜੀ, ਜਿਹੜਾ ਅੰਮ੍ਰਿਤ ਛਕ ਕੇ ਤੇ ਬਾਅਦ ਵਿੱਚ ਪਤਿਤ ਹੋ ਜਾਵੇ, ਕੇਸ ਕਟਾ ਦੇਵੇ, ਉਹਨੂੰ ਸਿਰ ਗੁੰਮ ਕਿਹਾ ਜਾਂਦਾ ਖਾਲਸਾ ਪੰਥ ਵਿੱਚ। ਇਸੇ ਤਰ੍ਹਾਂ ਨੜੀ ਮਾਰ, ਜਿਹੜਾ ਨੜੀ ਦੀ ਵਰਤੋਂ ਕਰਦਾ, ਭਾਵ ਹੁੱਕਾ ਪੀਂਦਾ ਹੈ, ਉਹਨੂੰ ਨੜੀ ਮਾਰ ਕਿਹਾ ਜਾਂਦਾ। ਕੁੜੀ ਮਾਰ, ਜਿਹਨੇ ਧੀ ਦਾ ਕਤਲ ਕੀਤਾ ਹੋਵੇ। ਪੁਰਾਣੇ ਸਮਿਆਂ ਵਿੱਚ ਲੋਕ ਧੀਆਂ ਨੂੰ ਵਿਆਹੁਣ ਦੇ ਡਰੋਂ, ਕਿਸੇ ਨੂੰ ਜਵਾਈ ਨਾ ਬਣਾਉਣਾ ਪਵੇ, ਖਰਚਾ ਨਾ ਕਰਨਾ ਪਵੇ, ਧੀ ਦੀ ਪਾਲਣਾ ਪੋਸ਼ਣਾ ਕਰਨੀ ਨਾ ਪੈ ਜਾਏ, ਮਾਰ ਦਿੰਦੇ ਸਨ। ਅਤੇ ਅਜੋਕੇ ਸਮੇਂ ਵਿੱਚ ਵੀ ਬਹੁਤ ਜਿਹੜੇ ਗੁਰੂ ਤੋਂ ਬੇਮੁਖ ਹੈਗੇ ਹੈ,
ਪਹਿਲਾਂ ਜੰਮੀਆਂ ਹੋਈਆਂ ਨੂੰ ਮਾਰਦੇ ਸੀ, ਅੱਜ ਕੱਲ੍ਹ ਕੁੱਖਾਂ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ। ਜਿਹੜੀਆਂ ਤਕਨੀਕਾਂ ਮਸ਼ੀਨਾਂ ਚੱਲੀਆਂ ਸੀ ਬਿਮਾਰੀਆਂ ਲੱਭਣ ਵਾਸਤੇ, ਉਹਨਾਂ ਦਾ ਦੁਰਉਪਯੋਗ ਸ਼ੁਰੂ ਕਰ ਦਿੱਤਾ। ਅਲਟਰਾਸਾਊਂਡ ਸਕੈਨ ਸੈਂਟਰ ਜਿਹੜੇ ਅੱਜ ਕੱਲ੍ਹ ਕਈ ਜਿਹੜੇ ਲਾਲਚੀ ਹੈ ਉਹਨਾਂ ਨੇ ਬੁੱਚੜਖਾਨੇ ਬਣਾਏ ਹੋਏ ਹੈ। ਬੁੱਚੜਖਾਨਿਆਂ ਵਿੱਚ ਗਊਆਂ ਦਾ ਕਤਲ, ਅਲਟਰਾਸਾਊਂਡ ਸੈਂਟਰਾਂ ਵਿੱਚ ਕਈਆਂ ਵਿੱਚ, ਸਾਰਿਆਂ ਦੀ ਗੱਲ ਨਹੀਂ, ਕਈਆਂ ਵਿੱਚ ਧੀਆਂ ਦੇ ਕਤਲ ਕੀਤੇ ਜਾਂਦੇ ਆ। ਸੋ ਇਹੋ ਜਿਹੇ ਜਿਹੜੇ ਕੁੜੀ ਮਾਰ ਉਹਨਾਂ ਨਾਲ ਵੀ ਵਰਤੋਂ ਵਿਹਾਰ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਇਹਨਾਂ ਸਾਰਿਆਂ ਦੇ ਵਿੱਚੋਂ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਵੇ, ਗੁਰਮਤਿ ਨੂੰ ਧਾਰਨ ਕਰ ਲਵੇ, ਫਿਰ ਉਹਦੇ ਨਾਲ ਕਿਸੇ ਪ੍ਰਕਾਰ ਦੀ ਨਫ਼ਰਤ ਨਹੀਂ ਕਰਨੀ। ਉਹਨੂੰ ਖਾਲਸੇ ਨੇ ਆਪਣਾ ਅੰਗ ਸਮਝਣਾ, ਆਪਣਾ ਭਾਈ ਸਮਝਣਾ ਹੈ। ਸੋ ਇਸ ਪ੍ਰਕਾਰ ਸੱਤਵੇਂ ਪਾਤਸ਼ਾਹ ਨੇ ਬਚਨ ਕੀਤੇ ਵੀ ਜਦੋਂ 10ਵੇਂ ਪਾਤਸ਼ਾਹ ਔਰ ਉਹਨਾਂ ਦੇ ਸਿੱਖ ਖਾਲਸਾ ਆਵੇਗਾ, ਉਹ ਗੁਰੂ ਨਾਨਕ ਦਾ ਜਿਹੜਾ ਫਟਿਆ ਹੋਇਆ ਜਹਾਜ਼ ਆ ਨਾ, ਭਾਵ ਬਿਖਰੀ ਹੋਈ ਸੰਗਤ ਹੈ, ਅਲੱਗ ਅਲੱਗ ਆਪਣੀਆਂ ਸੰਪਰਦਾਵਾਂ, ਆਪੋ ਆਪਣੇ ਡੇਰੇ, ਆਪੋ ਆਪਣੇ ਗੁਰਤਾ ਗੱਦੀਆਂ ਚਲਾਈ ਬੈਠੇ ਆ, ਉਹਨਾਂ ਨੂੰ ਇਕੱਤਰ ਕਰਨਗੇ। ਮਿਲ ਕੇ ਸਾਰੇ ਖਾਲਸਾ ਪੰਥ ਦੇ ਵਿੱਚ ਸ਼ਰਧਾ ਰੱਖਣਗੇ ਤੇ ਸ਼ਰਧਾ ਰੱਖ ਕੇ ਭਗਤੀ ਕਮਾਉਂਦੇ ਹੋਏ, ਗੁਰਸਿੱਖੀ ਕਮਾਉਂਦੇ ਹੋਏ ਤਰ ਜਾਣਗੇ। ਔਰ ਬੜੇ ਬਲੀ ਔਰ ਬੜਾ ਮਹਾਨ ਤੋਂ ਮਹਾਨ ਗੁਰੂ ਕਾ ਖਾਲਸਾ ਪੰਥ ਹੋਵੇਗਾ। ਉਸ ਵੇਲੇ ਵੀ ਜਿਹੜੇ ਆ ਕੇ ਪੰਥ ਵਿੱਚ ਮਿਲ ਜਾਣਗੇ, ਉਹਨਾਂ ਨੂੰ ਖਾਲਸਾ ਪੰਥ ਆਪਣੇ ਵਿੱਚ ਮਿਲਾ ਲਵੇਗਾ। ਔਰ ਉਹਨਾਂ ਦਾ ਵੀ ਫਿਰ ਬਹੁਤ ਰਾਜ, ਤੇਜ, ਧਨ ਪਦਾਰਥ ਬਹੁਤ ਵਾਧਾ ਹੋਵੇਗਾ ਪੰਥ ਵਿੱਚ। ਸਾਰੇ ਅਧੀਨ ਹੋ ਜਾਣਗੇ ਜਾ ਕੇ। ਉਸ ਵੇਲੇ ਜਿਹੜਾ ਇਹ ਗੁਰੂ ਨਾਨਕ ਦਾ ਜਹਾਜ਼ ਫਟ ਗਿਆ, ਉਸ ਵੇਲੇ ਇੱਕ ਹੋ ਜਾਏਗਾ, ਉਸ ਵੇਲੇ ਠੀਕ ਹੋ ਜਾਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਅੰਮ੍ਰਿਤ ਛਕਾ ਕੇ, ਚਾਹੇ ਆਪਣੀਆਂ ਸੋਢੀ ਵੱਖਰੀਆਂ ਗੱਦੀਆਂ ਲਾਉਂਦੇ ਸੀ, ਅੰਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਮਿਲਾ ਲਿਆ। ਔਰ ਇਹਨਾਂ ਦਾ ਰੋਜ਼ ਦਾ ਖਰਚਾ ਪਾਣੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਾ ਦਿੱਤਾ। ਭਾਈ ਅਭੈ ਸਿੰਘ ਤੇ ਨਾਲ ਜਿੰਨੇ ਦੀਵਾਨੇ ਸਾਧੂ ਹੈ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਇੱਥੇ ਬੈਠੋ, ਨਾਮ ਜਪੀ ਚੱਲੋ, ਸੇਵਾ ਕਰੀ ਚੱਲੋ। ਗੁਰੂ ਨਾਨਕ ਦੀ ਸੰਗਤ ਇੱਥੇ ਬਹੁਤ ਸੰਘਣੀ ਹੈ, ਕੋਈ ਘਾਟਾ ਨਹੀਂ, ਜਿਸ ਵਸਤੂ ਦੀ ਲੋੜ ਆ ਉਹ ਸਾਥੋਂ ਲਓ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਰੋਜ਼ੀਨਾ ਲਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਇਹਨਾਂ ਦਾ ਖਰਚਾ ਪਾਣੀ ਦਿੱਤਾ ਬਹੁਤ। ਬਹੁਤ ਸਾਰੇ ਇਹ ਦੀਵਾਨੇ ਸੰਤ ਸਾਧੂ ਤੇ ਸਿੱਖ ਚੱਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਹਨ। ਔਰ ਸਾਰਿਆਂ ਨੂੰ ਦੇਗ ਤੇਗ ਫਤਿਹ ਗੁਰੂ ਘਰ ਦੇ ਵਿੱਚੋਂ ਸਾਰਿਆਂ ਨੂੰ ਲੰਗਰ ਪ੍ਰਸ਼ਾਦ ਮਿਲਦਾ ਹੈ। ਇਹ ਛਕ ਕੇ ਤ੍ਰਿਪਤ ਹੁੰਦੇ ਆ। ਜਦੋਂ ਇਹਨਾਂ ਸਾਰਿਆਂ ਨੇ ਸੁਣਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਵੱਲ ਜਾਣ ਦਾ ਤਿਆਰਾ ਕਰ ਰਹੇ ਹਨ, ਉਸ ਵੇਲੇ ਜਿਹੜੇ ਦੀਵਾਨੇ ਸਾਧ ਸੀ ਨਾ, ਆਪਸ ਵਿੱਚ ਮਿਲ ਕੇ ਇਕੱਠੇ ਹੋ ਕੇ ਬਹਿ ਕੇ ਟੋਲੀਆਂ ਬਣਾ ਕੇ ਸਲਾਹ ਮਸ਼ਵਰੇ ਕਰਨ ਲੱਗ ਪਏ। ਤੇ ਭਾਈ ਅਭੈ ਸਿੰਘ ਨੂੰ ਵੀ ਕੋਲੇ ਬਿਠਾ ਕੇ ਨਾ, ਵਿੱਚ ਬਿਠਾ ਕੇ ਕਹਿੰਦੇ ਭਾਈ ਅਭੈ ਸਿੰਘ ਤੇਰਾ ਨਹੀਂ ਕਿਤੇ ਜਾਣਾ ਬਣਦਾ। ਕਹਿੰਦੇ ਘਰੇ ਰਹਿ ਕੇ ਚਾਹੇ ਅੱਧੀ ਰੋਟੀ ਮਿਲੀ ਜਾਵੇ ਉਹਦੇ ਵਿੱਚ ਵੀ ਸੰਤੁਸ਼ਟੀ ਹੁੰਦੀ ਹੈ, ਦੂਰ ਨਹੀਂ ਜਾਣਾ ਚਾਹੀਦਾ। ਕਹਿੰਦੇ ਆਪਾਂ ਕਿਆ ਲੈਣਾ ਉੱਥੇ ਦੱਖਣ ਦਿਸ਼ਾ ਵੱਲ ਗੁਰੂ ਦੇ ਨਾਲ ਜਾ ਕੇ। ਕਹਿੰਦੇ ਦੂਰ ਦੇਸ਼ ਹੈ ਤੇ ਕੋਈ ਖਬਰਸਾਰ ਨਹੀਂ ਉੱਥੋਂ ਦੀ ਮਿਲੇਗੀ ਇੱਧਰ ਦੀ। ਇੱਕ ਦਿਨ ਫੇਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਮਝਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਭੈ ਸਿੰਘ, ਭਾਈ ਡੱਲਾ ਸਿੰਘ, ਭਾਈ ਰਾਮ ਸਿੰਘ, ਤੁਸੀਂ ਸਾਰੇ ਸਾਡੇ ਨਾਲ ਚੱਲੋ ਤੇ ਮਨ ਇੱਛਤ ਤੁਸੀਂ ਜਿਹੜੀਆਂ ਆਪਣੀਆਂ ਇਛਾਵਾਂ ਪੂਰੀਆਂ ਕਰੋ। ਤੇ ਇਹਨਾਂ ਸਾਧੂਆਂ ਸੰਤਾਂ ਨੂੰ ਭਾਈ ਅਭੈ ਸਿੰਘ ਨੂੰ ਕਹਿੰਦੇ ਭਾਈ ਤੁਸੀਂ ਵੀ ਨਾਲ ਚੱਲੋ।
ਉੱਥੇ ਦੱਖਣ ਦੀ ਸੰਗਤ ਤੁਹਾਡੀ ਬਹੁਤ ਪੂਜਾ ਕਰੇਗੀ। ਗਮਨੈ ਦੇਸ਼ਨ ਸੈਰ ਕਰਨ ਕੋ ਤੇ ਨਾਲੇ ਸਾਡੇ ਨਾਲ ਚੱਲੋ, ਤੁਸੀਂ ਉਧਰ ਦੇਸ਼ ਵਿਦੇਸ਼ ਦੀ ਤੁਹਾਨੂੰ ਸੈਰ ਕਰਾਵਾਂਗੇ। ਜਿਨ ਪ੍ਰਤ ਪ੍ਰਾਪਤ ਅਦਕ ਵਡਾਈ ਨਿੱਤਾ ਪ੍ਰਤੀ ਤੁਹਾਡੀ ਉੱਥੇ ਮਹਿਮਾ ਬਹੁਤ ਫੈਲੂਗੀ। ਹੋਏ ਬ੍ਰਹਮ ਸਿੱਖ ਸੰਗਤ ਅਦਕਾਈ ਤੁਹਾਡੀ ਉੱਥੇ ਬਹੁਤ ਸੰਗਤ ਜੁੜ ਜਾਵੇਗੀ। ਆਸ਼ੀਰਵਾਦ ਚਲੇ ਹਮ ਸਾਥ। ਇਹ ਭਾਈ ਅਭੈ ਸਿੰਘ ਕਹਿੰਦਾ ਮਹਾਰਾਜ ਠੀਕ ਹੈ ਜੀ, ਬਹੁਤ ਵਧੀਆ ਗੱਲ ਆ, ਅਸੀਂ ਤੁਹਾਡੇ ਨਾਲ ਚੱਲਾਂਗੇ। ਕਹਿ ਕਰ ਭਰੇ ਗਮਨ ਕੋ ਪਾਤ ਇਸ ਤਰ੍ਹਾਂ ਕਿਹਾ, ਕਹਿੰਦਾ ਮਹਾਰਾਜ ਠੀਕ ਹੈ, ਚੰਗਾ ਸਮਝਿਆ ਇਹਨੇ ਵੀ ਮਹਾਰਾਜ ਦੇ ਨਾਲ ਜਾਣਾ ਠੀਕ ਹੈ। ਜਬ ਬੈਠਿਓ ਡੇਰੀ ਮੈਂ ਆਈ ਜਦੋਂ ਇਹ ਆਪਣੇ ਡੇਰੇ ਵਿੱਚ ਜਿੱਥੇ ਦੀਵਾਨੇ ਸਾਧੂਆਂ ਨਾਲ ਰਹਿੰਦਾ ਸੀ ਉੱਥੇ ਜਾ ਕੇ ਬੈਠਿਆ, ਮੇਰੇ ਦੀਵਾਨੇ ਮਤ ਵਿਚਲਾਈ ਉਸ ਵੇਲੇ ਸਾਰੇ ਦੀਵਾਨੇ ਆ ਕੇ ਮਿਲੇ, ਆ ਕੇ ਇਹਨੂੰ ਸਮਝਾਉਣ ਲੱਗ ਪਏ, ਆਪਣੀ ਮੱਤ ਦੇਣ ਲੱਗ ਪਏ। ਇਹਦੀ ਮੱਤ ਫੇਰ ਦਿੱਤੀ ਇਹਨਾਂ ਨੇ। ਰਹਿਬੇ ਸੁਖ ਚਲਵੇ ਦੁੱਖ ਕਹੀ ਇਹਨੂੰ ਵਿਗਾੜਤਾ। ਕਹਿੰਦੇ ਜੀ ਰਹਿਣ ਦੇ ਵਿੱਚ ਇੱਥੇ ਸੁੱਖ ਹੈ, ਤੇ ਜੇ ਜਾਵਾਂਗੇ ਨਾਲ ਚੱਲਣ ਵਿੱਚ ਤਾਂ ਦੁੱਖ ਹੀ ਦੁੱਖ ਹੈ। ਗਮਨ ਦੂਰ ਕੈਸੇ ਤੁਮ ਚਾਹੀ ਕਹਿੰਦੇ ਤੂੰ ਕਿਵੇਂ ਫੈਸਲਾ ਕਰ ਲਿਆ ਵੀ ਐਡੀ ਦੂਰ ਜਾਣਾ ਹੈ? ਇਤਿਆਦਿਕ ਅਦਕੈ ਸਮਝਾਇਓ ਇਤਿਆਦਿਕ ਗੱਲਾਂ ਬਾਤਾਂ ਕਰਕੇ ਇਹਨਾਂ ਨੇ ਇਹਨੂੰ ਪੂਰਾ ਹੀ ਵਿਗਾੜਤਾ, ਮੁਕਰਾ ਦਿੱਤਾ ਵੀ ਨਾਲ ਨਹੀਂ ਜਾਣਾ ਮਹਾਰਾਜ ਦੇ। ਇਸ ਮੈਂ ਭਾਜੋ ਮਤ ਠਹਿਰਾਇਓ ਇਹਨਾਂ ਨੇ ਫੈਸਲਾ ਕਰ ਲਿਆ, ਕਹਿੰਦੇ ਵੀ ਆਪਾਂ ਅੱਜ ਰਾਤ ਨੂੰ ਭੱਜ ਜਾਣਾ, ਨਹੀਂ ਤਾਂ ਮਹਾਰਾਜ ਲੈ ਜਾਣਗੇ ਆਪਾਂ ਨੂੰ ਨਾਲ। ਭਾਈ ਅਭੈ ਸਿੰਘ ਤੇ ਇਹ ਜਿਹੜੇ ਦੀਵਾਨੇ ਆ ਤੇ ਕੁਝ ਕੁ ਮਾਤੜ ਜਿਹੜੇ ਬਰਾੜ ਸੀ ਭੋਲੇ ਭਾਲੇ, ਉਹਨਾਂ ਨੂੰ ਵੀ ਇਹਨਾਂ ਨੇ ਫਸਾ ਲਿਆ, ਵਹਿਲਾ ਲਿਆ, ਉਹਨਾਂ ਨੂੰ ਵੀ ਨਾਲ ਲੈ ਕੇ ਰਾਤ ਨੂੰ ਭੱਜ ਗਏ। ਈਤਕ ਸੰਗ ਦੀਨ ਬੈਰਾਰੀ ਕਈ ਬਰਾੜਾਂ ਨੂੰ ਵੀ ਨਾਲ ਲੈ ਲਿਆ। ਕਰ ਚਲੇ ਦੀਵਾਨੇ ਸਾਰੀ ਇਹ ਸਾਰੇ ਦੀਵਾਨੇ ਸਾਧ ਸੀ ਜਿਹੜੇ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ ਰਾਤ ਨੂੰ। ਇਸ ਮੈਂ ਭਾਜ ਗਇਓ ਮੈਂ ਰਹਿਓ ਰਾਤੋਂ ਰਾਤ ਭੱਜ ਗਏ, ਇਹਨਾਂ ਵਿੱਚੋਂ ਇੱਕ ਵੀ ਨਾ ਰਿਹਾ। ਗੁਰ ਸੰਗ ਜਾਏ ਪ੍ਰਸੰਗ ਸੋ ਕਹਿਓ ਕਿਸੇ ਸਿੱਖ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸਾਰੀ ਵਾਰਤਾ ਦੱਸੀ। ਉਹਦੇ ਦੀਵਾਨੇ ਜੋ ਮਤ ਮਾਰੀ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਆ ਜਿਹੜੇ ਖੋਟੀ ਮੱਤ ਵਾਲੇ ਦੀਵਾਨੇ ਸਾਧ ਸੀ, ਆਮਨੇ ਜਾਣੇ ਲੈ ਕੇ ਸਾਰੀ ਮਹਾਰਾਜ ਅਸੀਂ ਜਾਣਦੇ ਆ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੂੰ ਇਹ ਸਾਰਿਆਂ ਨੂੰ ਆਪਣੇ ਨਾਲ ਲੈ ਗਏ ਤੇ ਆਪ ਵੀ ਚਲੇ ਗਏ। ਦੋਹਰਾ ਢਲ ਸੰਗ ਬੈਠਿਓ ਆਣ ਕਰ ਉਸ ਵੇਲੇ ਭਾਈ ਡੱਲ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਵਿੱਚ ਆ ਕੇ ਬੈਠਿਆ। ਸ੍ਰੀ ਮੁਖ ਕੀਨ ਬਖਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿਣ ਲੱਗੇ, ਆਪਣੀ ਤਿਆਰੀ ਕੀਜੀਏ ਕਹਿੰਦੇ ਭਾਈ ਡੱਲਾ ਸਿੰਘ ਚਲੋ ਜਿਨ੍ਹਾਂ ਨੇ ਜਾਣਾ ਸੀ ਉਹ ਤਾਂ ਗਏ, ਤੇ ਆਪਾਂ ਆਪਣਾ ਤਿਆਰਾ ਖਿੱਚੀਏ ਦੱਖਣ ਨੂੰ ਜਾਣ ਦਾ। ਦੱਖਣ ਕਰੇ ਪਿਆਨ ਦੱਖਣ ਵੱਲ ਨੂੰ ਪਿਆਨਾ ਕਰੀਏ, ਚਾਲਾ ਮਾਰੀਏ। ਕਹੋ ਭਾਈ ਹਾਥ ਜੋੜ ਬੋਲਿਓ ਤਬ ਸੋਈ ਉਸ ਵੇਲੇ ਭਾਈ ਡੱਲਾ ਹੱਥ ਜੋੜ ਕੇ ਕਹਿੰਦਾ ਕਿਨ ਝਾਰਨ ਰਾਖਾ ਮੈਂ ਕੋਈ ਕਹਿੰਦਾ ਮਹਾਰਾਜ ਚਲਿਆ ਤਾਂ ਜਾਵਾਂ ਤੁਹਾਡੇ ਨਾਲ, ਪਰ ਆ ਜਿਹੜੇ ਮੇਰੇ ਪਿੰਡ ਐ, ਆ ਝਾੜ ਬੂਟ ਜਿੰਨਾ ਇੱਥੇ ਉਗਰਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਰਾਖਾ ਨਹੀਂ ਹੋਵੇਗਾ ਕੋਈ ਮੇਰੇ ਤੋਂ ਬਾਅਦ। ਆਮ ਛੱਡ ਚਲੇ ਤਿਆਗਤਾ ਜਬ ਭਾਵਨ ਜੇ ਮਹਾਰਾਜ ਅਸੀਂ ਇਸ ਧਰਤੀ ਨੂੰ ਤਿਆਗ ਕੇ ਛੱਡ ਕੇ ਤੁਹਾਡੇ ਨਾਲ ਚਲੇ ਗਏ, ਰਾਮ ਬਸਾਵੇਂਗੇ ਤਬ ਕੌਣ ਆ ਮਾਲਵੇ ਵਿੱਚ ਜਿਹੜਾ ਮੇਰਾ ਰਾਜ ਭਾਗ ਹੈ, ਪਿੰਡ ਹੈ, ਇਹਨਾਂ ਨੂੰ ਕੌਣ ਵਸਾਵੇਗਾ? ਗੁਰੂ ਕਹਿਓ ਰਹਿ ਗ੍ਰਾਮ ਰੋਚਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਡੱਲੇ ਤੇਰੇ ਤੋਂ ਪਹਿਲਾਂ ਵੀ ਇੱਥੇ ਕਈ ਹੋ ਕੇ ਚਲੇ ਗਏ, ਤੇਰੇ ਤੋਂ ਬਾਅਦ ਵੀ ਹੋਣਗੇ, ਇਹ ਪਿੰਡ ਤੇ ਝਾੜ ਇੱਥੇ ਹੀ ਬੈਠੇ ਆ। ਇਹ ਦੇਹਾਂ ਸਭ ਬਿਨਸਨਹਾਰ ਕਹਿੰਦੇ ਤੇਰੇ ਇਹ ਦੇਹ ਹਾਂ ਜਿਹੜੀਆਂ ਨਾ ਜਿਨ੍ਹਾਂ ਸਰੀਰਾਂ ਦਾ ਤੂੰ ਮੋਹ ਕਰਦਾ ਘਰ ਦੇ ਪਰਿਵਾਰ ਦਾ, ਇਹ ਤਾਂ ਬਿਨਸਨਹਾਰ ਆ, ਇਹਨਾਂ ਨੇ ਵੀ ਖਤਮ ਹੋ ਜਾਣਾ ਹੈ। ਕੀ ਲਖੋ ਨ ਕੈਸੀ ਕਿਸੇ ਪ੍ਰਕਾਰ ਵੀ ਇਹਨਾਂ ਦੀ ਥਿਰਤਾ ਨਾ ਜਾਣ ਵੀ ਇਹ ਰਹਿ ਜਾਣਗੇ। ਬਰਖਾ ਹੋਦ ਬੁੱਧ ਬਦਾ ਜੈਸੀ ਸਰੀਰ ਹੈ ਜਿਹੜੇ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਵਰਖਾ ਹੁੰਦੀ ਆ ਤੇ ਵਰਖਾ ਦੇ ਵਿੱਚ ਕਣੀਆਂ ਡਿੱਗਦੀਆਂ ਬੁਲਬੁਲੇ ਉੱਠਦੇ ਆ, ਉਹ ਬੁਲਬੁਲੇ ਉੱਠ ਕੇ ਤੇ ਪਲ ਭਰ ਦੇ ਵਿੱਚ ਹੀ ਉਹ ਫੁੱਟ ਜਾਂਦੇ ਆ, ਇਸ ਤਰ੍ਹਾਂ ਇਹ ਸਰੀਰ ਹਨ। ਜਿਵੇਂ ਪ੍ਰਵਾਹ ਕੋ ਚਲਣ ਸੁਭਾਉ ਜਿਵੇਂ ਕਹਿੰਦੇ ਦਰਿਆ ਦਾ ਪ੍ਰਵਾਹ, ਉਹਦਾ ਚੱਲਣ ਦਾ ਸੁਭਾਅ ਵੀ ਚੱਲਦਾ ਹੀ ਰਹਿੰਦਾ ਹੈ। ਹਰਿਓ ਰਹਿਤੇ ਨਿਤ ਦਰਿਆਉ ਦਰਿਆ ਨਿਤ ਭਰਿਆ ਰਹਿੰਦਾ, ਪਹਿਲਾ ਪਾਣੀ ਲੰਘ ਜਾਂਦਾ, ਪਿਛਲਾ ਪਾਣੀ ਹੋਰ ਆ ਜਾਂਦਾ ਹੈ। ਕੇ ਝਾਰਨ ਗ੍ਰਾਮ ਬਸਾਵਨ ਸੋ ਇਸ ਤਰ੍ਹਾਂ ਹੀ ਕਹਿੰਦੇ ਦੁਨੀਆ ਆਈ ਜਾਂਦੀ ਹੈ ਜਾਈ ਜਾਂਦੀ ਹੈ, ਤੇ ਇਹਨਾਂ ਝਾੜਾਂ ਦਾ ਤੇ ਇਹਨਾਂ ਜਿਹੜੇ ਪਿੰਡ ਹੈ ਇਹਨਾਂ ਦੇ ਜਿਹੜੇ ਰਾਖੇ ਹਨ, ਉਪਜੈ ਨਰ ਲਾਖੋ ਇਨ ਬਾਵਨ ਕਹਿੰਦੇ ਇਸ ਥਾਂ ਦੇ ਉੱਤੇ ਕਹਿੰਦੇ ਲੱਖਾਂ ਹੀ ਪੈਦਾ ਹੋ ਗਏ ਇਹ ਤੋਂ ਪਹਿਲਾਂ। ਕਿਉਂ ਤੂੰ ਬਸੈ ਮੋਏ ਕੇ ਫੰਦ
ਕਹਿੰਦੇ ਫਿਰ ਤੂੰ ਕਾਹਤੋਂ ਮੋਹ ਦੇ ਜਾਲ ਦੇ ਵਿੱਚ ਫਸਦਾ ਹੈ ਭਾਈ ਡੱਲੇ। ਲਗ ਬੰਧੂ ਆਦਿਕ ਸੰਬੰਧ ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਤੇ ਘਰ ਪਰਿਵਾਰ ਨੂੰ ਜਾਣ ਕੇ ਆਗੇ ਦੇ ਦੇਸ਼ ਕੋ ਰਾਜ। ਕਹਿੰਦੇ ਤੂੰ ਅੱਗੇ ਚੱਲ, ਤੈਨੂੰ ਸਾਰੇ ਦੇਸ਼ ਦਾ ਰਾਜਾ ਬਣਾਵਾਂਗੇ। ਹੋਏ ਅਨੁਸਾਰ ਅਨੇਕ ਸਮਾਜ। ਸਾਰਾ ਜਿਹੜਾ ਸਮਾਜ ਹੈ, ਸਾਰਾ ਜਿਹੜਾ ਦੇਸ਼ ਆ ਉਹ ਤੇਰਾ ਅਨੁਸਾਰੀ ਆਗਿਆਕਾਰੀ ਹੋ ਜਾਵੇਗਾ। ਆਪਣੇ ਪਾਸ ਥਾਨ ਮੁਝ ਦੇਹੋ। ਕਹਿੰਦੇ ਡੱਲਾ ਸਿਆ ਕਦੇ ਕਦੇ ਤਾਂ ਤੂੰ ਬਚਨ ਕਰਦਾ ਹੁੰਨਾ ਵੀ ਮਹਾਰਾਜ ਮੈਨੂੰ ਆਪਣੇ ਕੋਲ ਜਗ੍ਹਾ ਦੇ ਦਿਓ, ਪੀੜੀ ਜਿੰਨੀ ਜਗ੍ਹਾ ਚਰਨਾਂ ਵਿੱਚ। ਮੰਗਤ ਰਹਿਤ ਹਮੋ ਤੇ ਇਹੋ। ਕਹਿੰਦੇ ਬਾਰ-ਬਾਰ ਸਾਡੇ ਤੋਂ ਇਹੀ ਮੰਗਦਾ ਰਹਿਣਾ ਹੈ। ਕਿਉ ਅਬ ਭਰਮ ਸੰਗ ਚੈਨ ਸ਼ੂਰਾ। ਕਹਿੰਦੇ ਹੁਣ ਕਿਹੜੇ ਭੁਲੇਖੇ ਵਿੱਚ ਪੈ ਕੇ ਸਾਨੂੰ ਛੱਡਣਾ ਚਾਹੁੰਦਾ ਹੈ। ਚਲੋ ਤਿਆਰ ਹੈ ਦੱਖਣ ਹੋਰਾ। ਕਹਿੰਦੇ ਚੱਲ ਤਿਆਰੀ ਕਰ ਤੇ ਆਪਾਂ ਦੱਖਣ ਵੱਲ ਜਾਣਾ ਹੈ। ਸਤ ਬਚਨ ਭਰਾ ਜੀ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਬਚਨ ਨਾ ਐਸਾ ਕਰ ਦੇਣ, ਡਰਦਾ ਹੋਏ ਕਹਿੰਦਾ ਜੀ 7 ਬਚਨ। ਭਲਾ ਜੀ ਠੀਕ ਆ ਜੀ, ਕਹਿੰਦਾ ਚੱਲਾਂਗਾ। ਅੰਤਰ ਚਾਤ ਗੁਰੂ ਸ਼ਲਾ ਜੀ। ਪਰ ਅੰਦਰੋਂ ਚਾਹੁੰਦਾ ਵੀ ਮੈਂ ਗੁਰੂ ਦੇ ਨਾਲ ਧੋਖਾ ਕਰਾਂਗਾ, ਛਲ ਕਰਾਂਗਾ, ਰਾਤ ਬਰਾਤੇ ਮੁੜ ਆਵਾਂਗਾ। ਨੇ ਰਾਮ ਸਿੰਘ ਕੀ ਬਾਤ। ਇਸੇ ਤਰ੍ਹਾਂ ਰਾਮ ਸਿੰਘ ਦੀ ਬਾਤ ਹੈ। ਰਾਮ ਸਿੰਘ ਵੀ ਇਹੀ ਸੋਚੀ ਬੈਠਾ ਵੀ ਰਾਹ ਚੋਂ ਮੁੜ ਆਵਾਂਗੇ। ਕਰ ਤਿਆਰੀ ਕੀਨ ਪ੍ਰਿਆਤ। ਇਸ ਪ੍ਰਕਾਰ ਭੈ ਧਾਰ ਕੇ, ਗੁਰੂ ਜੀ ਦਾ ਡਰ ਧਾਰ ਕੇ ਇਹਨਾਂ ਨੇ ਸਾਰੀ ਤਿਆਰੀ ਕਰ ਲਈ। ਦਰਸ਼ਨ ਚਲਬੋ ਸਭਨ ਸੁਨਾਈ। ਜਦੋਂ ਇਹਨਾਂ ਨੇ ਪ੍ਰਿਆਤ ਚੱਲਣ ਦੀ ਤਿਆਰੀ ਕਰ ਲਈ ਤਾਂ ਉਸ ਤੋਂ ਬਾਅਦ ਸੰਗਤ ਜੀ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਖਣ ਵੱਲ ਜਾਣ ਦੀ ਤਿਆਰੀ ਕਰਦੇ ਆ, ਸਾਰੀ ਸੰਗਤ ਨੇ ਸੁਣ ਲਿਆ। ਸੋਧ ਜਥਾ ਸੁਖ ਰਾਤ ਬਿਤਾਈ। ਰਾਤ ਨੂੰ ਸੁੱਤੇ ਆਰਾਮ ਕੀਤਾ, ਬੜੇ ਸੁੱਖ ਨਾਲ ਰਾਤ ਬਤੀਤ ਕੀਤੀ। ਬੜੀ ਬਰਾਤ ਪ੍ਰਭ ਕੀਨ ਇਸ਼ਨਾਨਾ। ਸਵੇਰ ਨੂੰ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਪਹਿਰੇ ਬਸਤਰ ਸ਼ਸਤਰ ਬਿਦ ਨਾਨਾ। ਔਰ ਸਤਿਗੁਰੂ ਜੀ ਤਿਆਰ ਹੋ ਗਏ, ਸ਼ਸਤਰ ਵਸਤਰ ਪਹਿਨ ਲਏ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਸਿੰਘਾਂ ਦੇ ਨਾਲ, ਆਪਣੀਆਂ ਫੌਜਾਂ ਦੇ ਨਾਲ ਦੱਖਣ ਵੱਲ ਹਜੂਰ ਸਾਹਿਬ ਵੱਲ ਜਾਣਗੇ। ਜਿਵੇਂ ਅੱਗੇ ਪ੍ਰਸੰਗ ਆਵੇਗਾ ਕੱਲ ਦੇ ਦੀਵਾਨ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਵਿਚਾਰ ਕਰਵਾ ਲੈਣਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਇੱਥੇ ਵਿਚਾਰਾਂ ਨੂੰ ਵਿਸ਼ਰਾਮ, ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਗਜਾਈਏ ਜੀ। ਦੇਹੋ ਸਜਣਾ ਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ। ਬੜੀ ਬਰਾਤ ਪ੍ਰਭ ਕੀਨ ਇਸ਼ਨਾਨਾ। ਪਹਿਰੇ ਬਸਤਰ ਸ਼ਸਤਰ ਬਿਦ ਨਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ